ਆਪ ਜੀ ਨੂੰ ਸਰਵਣ ਕਰਵਾ ਰਹੇ ਅਤੀ ਸਤਿਕਾਰ ਤੇ ਸਨਮਾਨਯੋਗ ਪੰਥ ਪ੍ਰਸਿੱਧ ਵਰਦਾਨ ਗਿਆਨੀ ਪਰਮਿੰਦਰ ਸਿੰਘ ਜੀ। ਆਓ ਤਿੰਨਾਂ ਪਾਸੋਂ ਸ਼ਬਦ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिलय चूके सब सोग संतापे। जब लो नहीं भाग लिलार उदय, तब लो भ्रमते फिरते बहुतायो। कल घोर समुद्र मह बूडत थे, कबहू मिट है नहीं रे पछुतायो। तत विचार यह मथुरा, जग तारन कौ अवतार बनाया। जप्यो जिन अर्जुन देव गुरु, फिर संकट जौन गर्भ न आया। जप्यो जिन अर्जुन देव गुरु, फिर संकट जौन गर्भ न आया। श्री हर कृष्ण त्याइयै, जिस डिठे सब दुख जाए। तेग बहादुर सिमरियै, घर नौ निध आवै ताए। सब थाई होए सहाय, सब थाई होए सहाय। चवर छतर तखत दे मालक, वालिए कुल आलम दीन ते दुनिया दे रहबर। सद सुनदा सद वेखदा शब्द रहिया भरपूर। शब्द गुरु समरथ गुरु पूरे गुरु, धन 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 श्री गुरु ग्रंथ साहिब सच्चे पातशाह जी। तिन्हां सतगुरां दी पावन पवित्र मुकद्दस हजूरी दे विच आप सिख संगतां बड़ी भावना बड़ी अकीदत दे नाल ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਆਪਣੀ ਪਾਵਨ ਪਵਿੱਤਰ ਗੋਦੀ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਰੱਬੀ ਬਾਣੀ ਦਾ ਕੀਰਤਨ ਗੁਰੂ ਪਿਆਰਿਆਂ ਦੇ ਪਾਸੋਂ ਆਪ ਜੀਆਂ ਨੇ ਸਰਵਣ ਕੀਤਾ ਹੈ।
ਇਸ ਪਾਵਨ ਪਵਿੱਤਰ ਅਸਥਾਨ ਵਿਖੇ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਉਸ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਦੇ ਵਿੱਚ ਜਿਸ ਪਾਵਨ ਪਵਿੱਤਰ ਸ਼ਬਦ ਨੂੰ ਅੱਜ ਵਿਚਾਰਿਆ ਜਾਣਾ ਹੈ, ਉਸ ਦਾ ਮੂਲ ਪਾਠ ਆਪ ਜੀਆਂ ਨੇ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸ਼ਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸੀਸ ਦੇ ਉੱਪਰ ਰੱਖ ਕੇ ਮੇਰੇ ਪਾਤਸ਼ਾਹ ਦੀ ਆਪਣੀ ਵਡਿਆਈ ਆਪ ਹੀ ਕਰਵਾ ਲੈਣ, ਕਿਉਂਕਿ ਉਹ ਸਮਰੱਥ ਨੇ, ਉਹ ਚਾਹਣ ਤੇ ਆਪਣੀ ਵਡਿਆਈ ਕਰਵਾ ਸਕਦੇ ਹਨ, ਕਿਉਂਕਿ ਰੱਬੀ ਬਾਣੀ ਦੇ ਬੋਲ ਹਨ ਕਿ ਉਹਦੀ ਵਡਿਆਈ ਕੇਵਲ ਉਹਦੀ ਕਿਰਪਾ, ਉਹਦੀ ਦਇਆਲਤਾ, ਉਹਦੀ ਮਿਹਰਾਮਤ ਦੇ ਨਾਲ ਹੋ ਸਕਦੀ ਹੈ। ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਬੇਸ਼ੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ। ਐਸੀ ਰਹਿਮਤ ਮੇਰੇ ਪਾਤਸ਼ਾਹ ਦੀ ਕਰਨ ਤੇ ਆਪ ਵਿੱਚ ਵਰਤਨ। ਫਤਿਹ ਦੀ ਸਾਂਝ ਕਰੀਏ, ਸਾਰੀ ਹੀ ਸੰਗਤ ਆਸੀਸ ਦਿੰਦਿਆਂ ਹੋਇਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਆਪਾਂ ਵਿਚਾਰਨਾ ਹੈ, ਇਹਨੂੰ ਆਪਾਂ ਬੜੇ ਸਰਲ ਜਿਹੇ ਤਰੀਕੇ ਦੇ ਨਾਲ ਸਮਝਣ ਦਾ ਯਤਨ ਕਰਨਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਰਹਿਮਤ ਕਰਦਿਆਂ ਹੋਇਆਂ ਇਸ ਮਨ ਦੀ ਭਟਕਣਾ, ਇਸ ਮਨ ਦਾ ਦੁਬਿਧਾਪਣ ਜਿਹੜਾ ਹਰ ਵੇਲੇ ਦੌੜਿਆ ਰਹਿੰਦਾ, ਜਿਹਨੂੰ ਰੱਬੀ ਬਾਣੀ 'ਚ ਮੇਰੇ ਸਾਹਿਬ ਕਿਰਪਾ ਕਰਕੇ ਆਖਦੇ ਨੇ, ਇਹ ਮਨੁਆਂ ਦਹਿ ਦਿਸ ਧਾਮਦਾ। ਇਹ ਆਪ ਜੀ ਤਜਰਬਾ ਕਰਕੇ ਵੇਖ ਸਕਦੇ ਹੋ ਕਿ ਇੱਥੇ ਬੈਠਿਆਂ ਹੋਇਆਂ ਵੀ ਬੋਲਾਂ ਨੂੰ ਬੋਲਦਿਆਂ ਤੇ ਬੋਲਾਂ ਨੂੰ ਸੁਣਦਿਆਂ ਪਤਾ ਨਹੀਂ ਕਿੱਥੋਂ ਕਿੱਥੋਂ ਦੌੜਾ ਲਾ ਆਉਂਦਾ। ਇਸ ਕਰਕੇ ਸਭ ਤੋਂ ਪਹਿਲਾਂ ਤੇ ਇਹਦਾ ਇਕਾਗਰ ਹੋਣਾ ਜ਼ਰੂਰੀ ਹੈ। ਇਹਨੂੰ ਸਬਰ, ਇਹਨੂੰ ਸੰਤੋਖ ਕਿਵੇਂ ਪ੍ਰਾਪਤ ਹੋਵੇ, ਕਿਉਂਕਿ ਚਲਾ ਸਾਨੂੰ ਇਹ ਰਿਹਾ ਹੈ ਜਿਵੇਂ ਇਹ ਸਾਨੂੰ ਕਹਿੰਦਾ ਉਸੇ ਪ੍ਰਕਾਰ ਅਸੀਂ ਕਰੀ ਜਾਂਦੇ ਹਾਂ। ਆਰੰਭ ਦੇ ਵਿੱਚ ਦਾਸ ਆਪ ਜੀ ਦੇ ਨਾਲ ਪਾਵਨ ਪਵਿੱਤਰ ਗੁਰਬਾਣੀ ਦੇ ਕੁਝ ਬੋਲ ਸਾਂਝੇ ਕਰੇਗਾ। ਆਪ ਜੀ ਤੋਂ ਉਮੀਦ ਹੈ, ਆਸ ਹੈ ਕਿ ਆਪ ਜੀ ਨਾਲ ਸਹਿਯੋਗ ਕਰੋਗੇ। ਪਹਿਲਾਂ ਆਪਾਂ ਇਹਨੂੰ ਹੀ ਆਵਾਜ਼ ਮਾਰ ਲਈਏ ਜਿਵੇਂ ਰੱਬੀ ਬਾਣੀ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਰੀ ਹੈ। ਕਿਉਂਕਿ ਜੇ ਇਹ ਹਾਜ਼ਰ ਹੋ ਗਿਆ, ਸਰੀਰ ਤੇ ਹਾਜ਼ਰ ਹੈ, ਤੇ ਜੇ ਮਨ ਵੀ ਹਾਜ਼ਰ ਹੋ ਜਾਵੇ ਤੇ ਸੋਨੇ ਤੇ ਸੁਹਾਗਾ ਹੋ ਜਾਵੇਗਾ। ਕਿਉਂਕਿ ਜਿਵੇਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਅਕਸਰ ਅਸੀਂ ਸਰੀਰ ਕਰਕੇ ਤੇ ਗੁਰੂ ਕੀ ਗੋਦ ਵਿੱਚ ਹੁੰਨੇ ਆ, ਤੇ ਮਨ ਕਰਕੇ ਪਤਾ ਨਹੀਂ ਕਿੱਥੇ ਦੇ ਕਿੱਥੇ ਗਏ ਹੁੰਨੇ ਆ। ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਆਵਾਜ਼ ਮਾਰਨੀ, ਤੇ ਆਪ ਜੀ ਨੇ ਉੱਚੀ ਆਵਾਜ਼ ਦੇ ਵਿੱਚ ਇੱਕ ਰਸ ਨਾਲ ਜ਼ਰੂਰ ਕਿਰਪਾ ਕਰਨੀ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਸਾਰੇ ਨਾਲ ਸਹਿਯੋਗ ਕਰਿਓ। ਫਿਰ ਆਪਾਂ ਅੱਜ ਦਾ ਸ਼ਬਦ ਵਿਚਾਰਦੇ ਹਾਂ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ। जब लग जोबन सास है, जब लग जोबन सास है, जब लग जोबन जब लग जोबन सास है, जब लग जोबन सास है, जब लग जोबन
ਤਬ ਲਗ ਇਹ ਤਨ ਦੇਹ, ਤਬ ਲਗ ਇਹ ਤਨ ਦੇਹ, ਤਬ ਲਗ ਇਹ ਤਨ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਹੁਣ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖੋ ਸਾਡੇ ਤੇ ਕਿਰਪਾ ਕੀਤੀ ਹੈ ਨਾ ਜੀ, ਇੰਨੇ ਸੁਖੈਣ ਤਰੀਕੇ ਦੇ ਨਾਲ ਕਿਸੇ ਦੁਨੀਆ ਦੇ ਰਹਿਬਰ ਨੇ ਨਹੀਂ ਸਮਝਾਇਆ। ਹੁਣ ਸਾਡੇ ਵਿੱਚੋਂ ਕਿੰਨੇ ਹੋਣਗੇ ਜਿਨ੍ਹਾਂ ਨੇ ਅੱਜ ਤੋਂ ਪਹਿਲਾਂ ਇਸ ਮਨ ਨਾਲ ਗੱਲ ਕੀਤੀ ਹੋਵੇਗੀ, ਮਨ ਨੂੰ ਆਵਾਜ਼ ਮਾਰੀ ਹੋਵੇਗੀ, ਪਰ ਜਦੋਂ ਅਸੀਂ ਗੁਰੂ ਪਿਤਾ ਦੇ ਨਾਲ ਚਰਨਾਂ ਵਿੱਚ ਜੋਦੜੀ ਕਰਕੇ ਪੁੱਛਣਾ ਆ ਕਿ ਪਾਤਸ਼ਾਹ ਨੂੰ ਕਿਵੇਂ ਸਮਝਾਈਏ, ਤੇ ਮੇਰੇ ਸਤਿਗੁਰਾਂ ਨੇ ਆਖਣਾ ਇਹਨੂੰ ਪਿਆਰ ਦੇ ਨਾਲ ਕਲਾਵੇ 'ਚ ਲੈ ਕੇ ਆ, ਇਹਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕਰ। ਤੇ ਸਤਿਗੁਰੂ ਜੀ ਇਹ ਮੰਨਦਾ ਨਹੀਂ ਜੀ, ਤੁਹਾਡੇ ਕੋਲ ਬੈਠਿਆ ਹੋਇਆ ਵੀ ਕਈ ਵਾਰੀ ਨਹੀਂ ਜੇ ਮੰਨਦਾ ਇਹ, ਤੇ ਪਾਤਸ਼ਾਹ ਵੱਧ ਤੋਂ ਵੱਧ ਇਹ ਹੀ ਨਾ ਤੁਹਾਡੀ ਗੋਦ ਵਿੱਚ ਪਹੁੰਚ ਜਾਈਏ, ਤੁਹਾਡੇ ਚਰਨਾਂ 'ਚ ਆ ਜਾਈਏ, ਤੁਹਾਡੀ ਕਿਰਪਾ ਹੋ ਗਈ, ਇੱਥੇ ਆ ਗਏ। ਸਤਿਗੁਰੂ ਤੇ ਇੱਥੇ ਬੈਠਿਆਂ ਹੋਇਆ ਵੀ ਦੌੜਾ ਲਾ ਆਉਂਦਾ ਜੀ ਇੱਧਰ ਉੱਧਰ ਜਾ ਕੇ। ਫਿਰ ਰੱਬੀ ਬਾਣੀ 'ਚ ਮੇਰੇ ਪਾਤਸ਼ਾਹ ਨੇ ਆਖਿਆ ਇਹਨੂੰ ਝਿੜਕਿਆ ਵੀ ਕਰ, ਇਹਨੂੰ ਝਿੜਕਿਆ ਵੀ ਕਰ। ਜਿਵੇਂ ਕੋਈ ਬੱਚਾ ਬਹੁਤੀਆਂ ਸ਼ਰਾਰਤਾਂ ਕਰੇ ਤੇ ਮਾਤਾ ਪਿਤਾ ਉਹਨੂੰ ਝਿੜਕ ਦਿੰਦੇ ਆ ਨਾ, ਪਿਤਾ ਕਈ ਵਾਰੀ ਕਹਿ ਦਿੰਦਾ ਤੂੰ ਗਧਾ ਹੈ, ਬੱਚੇ ਨੂੰ ਕਹਿ ਦਿੰਦਾ ਕਈ ਵਾਰ। ਤੇ ਰੱਬੀ ਬਾਣੀ 'ਚ ਮੇਰੇ ਸਾਹਿਬਾਂ ਨੇ ਇਸ ਮਨ ਨੂੰ ਵੀ ਆਖਿਆ, ਪਰ ਅਸੀਂ ਇਹਦੇ ਨਾਲ ਗੱਲ ਹੀ ਨਹੀਂ ਕਰਦੇ। ਅਸੀਂ ਅਕਸਰ ਹੀ ਕੋਈ ਸੱਜਣ ਸਾਨੂੰ ਮਿਲਦਾ ਹੈ, ਕੋਈ ਬਾਹਰੋਂ ਸਾਨੂੰ ਮਿਲਦਾ ਹੈ, ਕੋਈ ਸਾਡਾ ਆਪਣਾ ਸਾਨੂੰ ਮਿਲਦਾ ਹੈ ਜਿਹਦੇ ਨਾਲ ਸਾਡੀ ਸਾਂਝ ਹੋਵੇ, ਜਾਂ ਕਈ ਵਾਰ ਵੈਸੇ ਅਸੀਂ ਕਿਸੇ ਨਾਲ ਗੱਲਬਾਤ ਕਰਨ ਲੱਗ ਪੈਂਦੇ ਆ, ਅਸੀਂ ਅਕਸਰ ਹੀ ਉਹਨੂੰ ਪੁੱਛਦੇ ਹਾਂ ਭਾਈ ਤੇਰਾ ਕੀ ਹਾਲ ਆ, ਭਾਈ ਤੇਰਾ ਕੀ ਹਾਲ ਹੈ, ਤੇਰੇ ਪਰਿਵਾਰ ਦਾ ਕੀ ਹਾਲ ਆ। ਆਪਣੇ ਆਪ ਨੂੰ ਪੁੱਛਿਆ ਕਦੇ ਆਪਾਂ? ਕਦੇ ਆਪਣੇ ਮਨ ਦੀ ਹਾਲਾਤ ਜਾਣਨ ਦਾ ਯਤਨ ਕੀਤਾ ਹੈ ਆਪਾਂ? ਆਪਣੇ ਨਾਲ ਬਹੁਤ ਘੱਟ ਗੱਲ ਕਰਦੇ ਆ, ਬਹੁਤ ਘੱਟ। ਤੇ ਜਿਹੜਾ ਬੰਦਾ ਆਪਣੇ ਆਪ ਨਾਲ, ਆਪਣੇ ਮਨ ਨਾਲ ਗੱਲ ਨਹੀਂ ਕਰਦਾ, ਆਪਣੇ ਮਨ ਨੂੰ ਸੁਚੇਤ ਨਹੀਂ ਕਰਦਾ, ਸਮਝਾਉਂਦਾ ਨਹੀਂ, ਉਹ ਗੁਰੂ ਪਿਤਾ ਨਾਲ ਗੱਲ ਕਿਵੇਂ ਕਰੇਗਾ? ਹੁਣ ਸਤਿਗੁਰਾਂ ਨੇ ਇਹਨੂੰ ਮਿੱਤਰ ਆਖਿਆ ਹੈ, ਇਹਨੂੰ ਯਾਰ ਆਖਿਆ ਹੈ। ਜੇ ਖਰਾਬੀ ਕਰਦਾ ਤੈਨੂੰ ਝਿੜਕਣ ਵਾਸਤੇ ਸਤਿਗੁਰਾਂ ਨੇ ਸ਼ਬਦ ਗਧਾ ਵੀ ਵਰਤਿਆ ਰੱਬੀ ਬਾਣੀ 'ਚ। ਮੇਰੇ ਪਾਤਸ਼ਾਹ ਕਹਿੰਦੇ ਆ ਮਨ ਖੁੱਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਟੱਪਦਾ ਫਿਰਦਾ ਆ। ਇਹ ਗਧਾ ਵਿਹਲਾ ਹੋਵੇ ਦੁਲੱਤੀਆਂ ਮਾਰਦਾ, ਮਿੱਟੀ 'ਚ ਲੇਟਦਾ, ਪਰ ਜਦੋਂ ਉਹਦੇ ਤੇ ਲੱਦਾ ਲੱਦ ਦਿੱਤਾ ਜਾਏ, ਭਾਰ ਪਾ ਦਿੱਤਾ ਜਾਏ, ਤੇ ਬੜੀ ਪੱਧਰੀ ਪੱਧਰੀ ਚੱਲਦਾ ਫਿਰ ਉਹ। ਜਦੋਂ ਇਹਦੇ ਤੇ ਵੀ ਸ਼ਬਦ ਦਾ ਲੱਦਾ ਲੱਦ ਦਿੱਤਾ ਗਿਆ, ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅੱਗੇ ਜੋਦੜੀ ਕੀਤੀ, ਪਾਤਸ਼ਾਹ ਤੁਸੀਂ ਕਿਰਪਾ ਕਰੋ, ਇਹਨੂੰ ਥੋੜਾ ਜਿਹਾ ਟਿਕਾ ਬਖਸ਼ੋ, ਕਿਉਂਕਿ ਤੁਸੀਂ ਆਪ ਹੀ ਰੱਬੀ ਬਾਣੀ 'ਚ ਕਿਰਪਾ ਕੀਤੀ ਹੈ ਕਿ ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਤੇਰੀ ਕਿਰਪਾ ਹੋਵੇ ਤੇ ਵਸ 'ਚ ਆਉਂਦਾ ਹੈ ਪਾਤਸ਼ਾਹ। ਸਾਡੇ ਕੋਲੋਂ ਨਹੀਂ ਹੈ ਕੰਟਰੋਲ ਹੁੰਦਾ, ਕਈ ਵਾਰੀ ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੋਇਆ ਵੀ ਪਾਤਸ਼ਾਹ ਪਤਾ ਨਹੀਂ ਇਹਨੇ ਕਿਹਦੇ ਔਗਣ ਫਰੋਲਣੇ ਸ਼ੁਰੂ ਕਰ ਦੇਣੇ ਹੁੰਦੇ ਆ। ਪਾਤਸ਼ਾਹ ਅਰਦਾਸ ਵਿੱਚ ਖਲੋਤਿਆਂ ਹੋਇਆ ਵੀ ਇਹ ਉਡਾਰੀਆਂ ਲਾ ਹੁੰਦਾ ਹੈ, ਤੁਸੀਂ ਕਿਰਪਾ ਕਰੋ। ਹੁਣ ਜਿਹੜਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸ੍ਰੀ ਰਾਗ ਦਾ, ਮੇਰੇ ਪਾਤਸ਼ਾਹ ਕਿਰਪਾ ਕਰਦੇ ਆ ਮਣਾ, ਇਹ ਮੇਰੇ ਪਿਆਰੇ ਮਿੱਤਰ ਮਣਾ, ਬੜੇ ਲਾਡ ਦੇ ਨਾਲ ਇਹਨੂੰ ਸਮਝਾਇਆ, ਵੇਖ ਤੂੰ ਸੰਗਤ ਵਿੱਚ ਆ ਚੁੱਕਾ ਆ, ਰੱਬੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਆ, ਤੇ ਜਿਹੜਾ ਵੇਲਾ ਇਸ ਤੋਂ ਪਿੱਛੇ ਸੀ ਨਾ ਉਹ ਬੀਤ ਗਿਆ ਹੈ। ਬੜੇ ਧਿਆਨ ਦੇ ਨਾਲ ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਜਿਹੜਾ ਸਮਾਂ ਇਸ ਤੋਂ ਪਹਿਲਾਂ ਸੀ ਉਹ ਬੀਤ ਚੁੱਕਾ ਹੈ ਜੀ, ਜਿਹੜਾ ਆਉਣ ਵਾਲਾ ਹੈ ਉਹਦਾ ਸਾਨੂੰ ਕੁਝ ਪਤਾ ਨਹੀਂ ਆ, ਕਿਉਂਕਿ ਹਮ ਆਦਮੀ ਹਾਂ। ਕਿੰਨੇ ਕੁ ਮੰਨਦੇ ਆ ਆਪਾਂ ਇਸ ਗੱਲ ਨੂੰ? ਆਪਾਂ ਤੇ ਬੜੀਆਂ ਲੰਮੀਆਂ ਸੋਚਾਂ ਸੋਚੀ ਬੈਠੇ ਆ।
ਬਹੁਤ ਲੰਬੀਆਂ ਸੋਚਾਂ ਸੋਚੀ ਬੈਠੇ ਹਾਂ ਤੇ ਰੋਜ਼ਾਨਾ ਪੜ੍ਹ ਵੀ ਰਹੇ ਆ, ਸੁਣ ਵੀ ਰਹੇ ਆ ਕਿ ਵਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਤੇ ਬਹੁਤ ਲੰਮਾ ਸੋਚ ਰਹੇ ਆ, ਬਹੁਤ ਲੰਬਾ ਸੋਚੀ ਜਾ ਰਹੇ ਆ। ਦਿਨ ਰਾਤ ਇਵੇਂ ਨਹੀਂ ਬਤੀਤ ਹੋ ਰਿਹਾ ਸਾਡਾ। ਤਾਂ ਕਰਕੇ ਮੈਂ ਆਰੰਭ 'ਚ ਬੇਨਤੀ ਕੀਤੀ ਵੀ ਇਹਨੂੰ ਆਵਾਜ਼ ਮਾਰੀਏ। ਪਹਿਲਾਂ ਆਪਾਂ ਇੱਕ ਵਾਰੀ ਮਾਰੀਏ ਆਵਾਜ਼, ਫਿਰ ਸਾਰੇ ਰਲ ਕੇ ਇਹਨੂੰ ਸਾਰੇ ਉੱਚੀ ਆਵਾਜ਼ 'ਚ ਕਿਰਪਾ ਕਰਿਓ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ, ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ ਏਹ, ਮਿਲ ਵੇਲਾ ਹੈ। ਜਿਹੜਾ ਸਮਾਂ ਇਸ ਤੋਂ ਪਿੱਛੇ ਸੀ ਉਹ ਬੀਤ ਚੁੱਕਾ ਹੀ ਤੇਰਾ, ਆਉਣ ਵਾਲਾ ਤੇਰੇ ਹੱਥ ਨਹੀਂ। ਪਰ ਜਿਸ ਸਤਿਗੁਰੂ ਦੀ ਗੋਦ ਵਿੱਚ ਬੈਠਾ ਉਹਦੇ ਹੱਥ ਵਿੱਚ, ਆਖੋ ਸਤਿਨਾਮ ਸ੍ਰੀ, ਉਹਦੇ ਹੱਥ ਵਿੱਚ ਹੈ। ਤੇਰੀ ਸਭ ਕੀਤੀ ਹੋਈ ਪਲਾਨਿੰਗ ਜਿਹੜੀ ਆ ਉਹ ਇੱਕ ਖਿਣ ਵਿੱਚ ਫੇਲ ਹੋ ਸਕਦੀ ਆ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਤੇਰੀਆਂ ਸਭ ਬਣਾਈਆਂ ਹੋਈਆਂ ਸਲਾਹਾਂ ਫੇਲ ਹੋ ਜਾਣੀਆਂ। ਤੂੰ ਅਰਦਾਸ ਕਰ ਗੁਰੂ ਚਰਨਾਂ ਦੇ ਵਿੱਚ, ਐ ਮਨਾ ਤੂੰ ਸਥਿਰ ਹੋ ਨਾ। ਤੇਰੇ ਕੋਲ ਵੇਲਾ ਹੀ ਆਹ ਵਾ ਜਿਹੜਾ ਤੇਰੇ ਕੋਲ ਆ। ਜਿਹੜਾ ਬੀਤ ਗਿਆ ਸੋ ਬੀਤ ਗਿਆ। ਜਿਹੜਾ ਪ੍ਰੈਜ਼ੈਂਟ ਸਵਾਸ ਤੂੰ ਇਸ ਵੇਲੇ ਹੰਢਾ ਰਿਹਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈ ਕਿ ਹਮ ਆਦਮੀ ਹਾਂ ਇੱਕ ਦਮੀ, ਜਿਹੜਾ ਮੇਰੇ ਕੋਲ ਆ ਬਸ ਉਹ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਗਏ ਨਾ ਕਿ ਜਿਹੜਾ ਸਵਾਸ ਸਾਡੇ ਪਾਸ ਇਸ ਵੇਲੇ ਚੱਲ ਰਿਹਾ ਆ, ਅਸੀਂ ਇਹਦੇ ਪ੍ਰਾਹੁਣੇ ਆ, ਕੇਵਲ ਇਹ ਆ ਸਾਡਾ, ਬਿਲਕੁਲ ਜੀਵਨ ਠੀਕ ਹੋ ਜਾਏਗਾ, ਬਿਲਕੁਲ। ਤੇ ਜਦੋਂ ਅਸੀਂ ਕਹਿੰਦੇ ਆ ਜੀ ਅਜੇ ਤੇ ਲੋੜ ਨਹੀਂ ਜੀ ਅੰਮ੍ਰਿਤ ਛਕਣ ਦੀ, ਅਜੇ ਤੇ ਵਾਧੂ ਸਮਾਂ ਸਾਡੇ ਕੋਲ ਪਿਆ, ਬਹੁਤ ਸਮਾਂ ਪਿਆ ਅਜੇ। ਜਿਵੇਂ ਅਸੀਂ ਆਪਣੇ ਹੱਥੀਂ ਕੰਟਰੈਕਟ ਸਾਈਨ ਕਰਕੇ ਆਏ ਹੋਏ ਵੀ ਇੰਨੀ ਚਿਰ ਨੂੰ ਵਾਪਸ ਆਉਣਾ, ਇਸ ਤੋਂ ਪਹਿਲਾਂ ਨਹੀਂ ਆ ਸਕਦੇ। ਸਾਨੂੰ ਤੇ ਪਤਾ ਹੀ ਨਹੀਂ ਇਸ ਗੱਲ ਦਾ, ਸਮਝ ਹੀ ਨਹੀਂ ਇਸ ਬਾਤ ਦੀ। ਮੇਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਸਭ ਤੋਂ ਪਹਿਲਾਂ ਤੇ ਇਹਨੂੰ ਸਮਝਾਓ ਪਿਆਰ ਨਾਲ ਕਿ ਜਿੰਨੀ ਦੇਰ ਤੇਰਾ ਸਵਾਸ ਚੱਲ ਰਿਹਾ, ਸਵਾਸ ਕਿਹੜਾ, ਜਿਹੜਾ ਇੱਕ ਹੁਣ ਹੰਢਾ ਰਹੇ ਆ, ਆਪਣਾ ਜੀਵਨ ਕਾਲ ਬਤੀਤ ਕਰਦੇ ਆ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਆ। ਐਸਾ ਧਰਮ ਕਿੱਥੇ ਲੱਭਾਂਗੇ ਹੋਰ? ਹਸੰਦੇ ਆ, ਖੇਲੰਦੇ ਆ, ਪਹਿਨੰਦੇ ਆ, ਖਾਵੰਦੇ ਆ, ਵਿੱਚ ਹੋਵੇ ਮੁਕਤ। ਕਿਹਾ ਕਿਤੇ ਰੁੱਖਾਂ ਦੇ ਨਾਲ ਪੁੱਠਾ ਲਟਕਣ ਵਾਸਤੇ ਸਾਨੂੰ ਬੜੀ ਕਿਰਪਾ ਕੀਤੀ ਮੇਰੇ ਪਾਤਸ਼ਾਹ ਨੇ। ਸ਼ੁਕਰਾਨਾ ਕਰਿਆ ਕਰੀਏ ਪਾਤਸ਼ਾਹ ਦਾ। ਕਿਤੇ ਕਿਹਾ ਹੈ ਕਿ ਪਾਣੀ ਵਿੱਚ ਚੁੱਭੀਆਂ ਲਾ ਕੇ ਲੰਮਾ ਸਮਾਂ ਸਾਹ ਰੋਕ ਕੇ ਬੈਠੇ ਰਹੋ, ਬਿਲਕੁਲ ਵੀ ਨਹੀਂ। ਇਸ਼ਨਾਨ ਕਰਨਾ ਸਰੋਵਰ 'ਚ ਤੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਬਚਾ ਲਿਆ ਪਾਤਸ਼ਾਹ ਜੀ। ਕੋਈ ਕਹਿੰਦਾ ਸੀ ਇਹ ਵਰਤ ਰੱਖਣਾ ਹੈ, ਕੋਈ ਕਹਿੰਦਾ ਸੀ ਦੂਜਾ ਰੱਖਣਾ ਹੈ, ਕੋਈ ਕਹਿੰਦਾ ਸੀ ਦੂਜਾ ਕਰਨਾ ਪਵੇਗਾ। ਬਚਾ ਲਿਆ, ਬੜੀ ਰਹਿਮਤ ਕਰ ਦਿੱਤੀ ਜੀ। ਹਾਥ ਪਾਉ ਕਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੋਰ? ਖੁੱਲੀ ਛੁੱਟੀ ਦੇ ਦਿੱਤੀ ਵੀ ਆਪਣਾ ਅੰਮ੍ਰਿਤ ਵੇਲਾ ਸੰਭਾਲਣਾ ਹੈ, ਆਪਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਆ, ਨਿਤਨੇਮ ਕਰਨਾ ਹੈ, ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਇਸ ਮਿਲੇ ਹੋਏ ਸਮੇਂ ਵਾਸਤੇ, ਤੇ ਆਪਣਾ ਕੰਮ ਕਾਰ ਕਰੀ ਜਾਣਾ। ਇਹਦੇ ਨਾਲੋਂ ਸੌਖਾ ਹੋਰ ਕੀ ਹੋ ਸਕਦਾ? ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਦੁਕਾਨ ਤੇ ਬੈਠੇ ਹੋਏ ਆ, ਚਿੱਤ ਉਧਰਲੇ ਪਾਸੇ। ਮੈਂ ਅੱਜ ਦੇ ਸ਼ਬਦ ਵੱਲ ਵਾਪਸ ਆ ਰਿਹਾ ਜੀ। ਆਪਾਂ ਸ਼ਬਦ ਨੂੰ ਜਿਹੜੇ ਨੂੰ ਵਿਚਾਰਨਾ ਆ, ਕਿਵੇਂ ਆਪਣੇ ਸਮੇਂ ਨੂੰ ਬਤੀਤ ਕਰਨਾ ਆ, ਕਿਵੇਂ ਇਹਨੂੰ ਠੀਕ ਪਾਸੇ ਲਾਉਣਾ ਆ। ਸੋਹਣ ਮਨ ਮਿੱਤਰ ਪਿਆਰਿਆ ਮਿਲ। ਕਿਹਨੂੰ ਮਿਲਾਂ?
ਉਹਨੂੰ ਮਿਲ ਜਿਹਨੂੰ ਬੜੀ ਦੇਰ ਦਾ ਜਿਹਦੇ ਤੋਂ ਵਿਛੜਿਆ ਆ, ਮਿਲ, ਤੇਰੇ ਕੋਲ ਮੌਕਾ ਆ ਹੁਣ, ਕਿਉਂਕਿ ਤੇਰੇ ਸਵਾਸ ਚੱਲ ਰਹੇ ਆ, ਤੂੰ ਅਜੇ ਠੀਕ ਠਾਕ ਆ, ਤੂੰ ਤੁਰ ਫਿਰ ਰਿਹਾ, ਚੱਲ ਰਿਹਾ, ਜਿੱਥੇ ਬਾਕੀ ਸਾਰੇ ਕੰਮ ਕਰ ਰਹੇ ਆ ਨਾ ਬੜੇ ਫਿਕਰ ਨਾਲ, ਬਾਕੀ ਸਭ ਕੰਮ ਫਿਕਰ ਨਾਲ ਕਰ ਰਹੇ ਆ, ਪਾਠ ਕਰਨ ਲੱਗਿਆਂ ਦਲਿੱਦਰ ਦੱਬ ਲੈਂਦਾ ਸਾਨੂੰ, ਸਿਮਰਨ ਕਰਨ ਲੱਗਿਆਂ ਵਾਸੀਆਂ ਆਈ ਜਾਂਦੀਆਂ, ਕੰਮ ਹੀ ਕੋਈ ਨਾ ਕੋਈ ਐਵੇਂ ਦਾ ਚੇਤੇ ਆ ਜਾਣਾ ਵੀ ਨਹੀਂ ਬਾਅਦ ਚ ਕਰ ਲਵਾਂਗੇ ਪਾਠ, ਪਹਿਲਾਂ ਕੰਮ ਨਾ ਰਹਿ ਜਾਏ ਕਿਤੇ। ਸੋਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਆਹ ਵੇਲਾ ਜਿਹੜਾ ਤੇਰੇ ਹੁਣ ਕੋਲ ਆ ਨਾ, ਬਸ ਇਹ ਯੂ, ਇਸ ਤੋਂ ਬਗੈਰ ਬੀਤਿਆ ਸੋ ਬੀਤਿਆ, ਆਉਣ ਵਾਲੇ ਦੀ ਕੋਈ ਖਬਰ ਹੀ ਨਹੀਂ, ਆਉਣਾ ਹੈ ਕਿ ਨਹੀਂ ਆਉਣਾ। ਆ ਜਿਹੜਾ ਹੋਣਿਆ ਕੋਲ ਮਿਲ ਵੇਲਾ ਹੈ ਇਹ, ਕਿੰਨੇ ਕਮਾਲ ਦੇ ਬੋਲ ਨੇ। ਈਡੀ ਨੂੰ ਲਾ, ਹਾਹੇ ਨੂੰ ਔਂਕੜ ਨਹੀਂ ਆ, ਪਰ ਆਪਾਂ ਕਈ ਵਾਰੀ ਬੋਲਦੇ ਨੇ ਇਹੋ ਕਹਿ ਦਿੰਦੇ, ਪਰ ਇਹ ਮਿਲ ਵੇਲਾ ਹੈ ਇਹ ਜਿਹੜਾ ਹੁਣ ਕੋਲ ਆ ਜੀ, ਬੀਤ ਗਿਆ ਸੋ ਬੀਤਿਆ ਹੈ। ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ। ਅਗਲਾ ਬੋਲ ਧਿਆਨ ਨਾਲ ਸੁਣ ਲਿਓ, ਪਾਤਸ਼ਾਹ ਕਹਿੰਦੇ ਆ ਬਿਨ ਗੁਣ ਕੰਮ ਨਾ ਆਵਈ, ਢੈ ਢੇਰੀ ਤਨ ਖੇ, ਇਹਨੇ ਮਿੱਟੀ ਹੋ ਜਾਣਾ ਆ। ਇਸ ਕਰਕੇ ਇਹਨੂੰ ਕੰਟਰੋਲ ਵਿੱਚ, ਇਹਨੂੰ ਸਥਿਰ ਕਰੀਏ। ਹੱਥਾਂ ਪੈਰਾਂ ਨਾਲ ਕੰਮ ਕਰਦੇ ਆ, ਦੁਕਾਨ ਤੇ ਬੈਠੇ ਆ, ਵਾਹੀ ਜੋਤੀ ਕਰਦੇ ਆ, ਕੋਈ ਵੀ ਕੰਮ ਕਰ ਰਹੇ ਆ, ਚੀਤ ਉਸ ਨਿਰੰਜਨ ਦੇ ਨਾਲ ਸਾਡਾ ਚਿੱਤ ਜੁੜਿਆ ਰਵੇ। ਇਹਦੀ ਸਮਝ ਕਿਵੇਂ ਪਏਗੀ? ਇਸ ਗੱਲ ਦੀ ਸਮਝ ਪੈਣੀ ਆ ਸਾਧ ਸੰਗਤ ਵਿੱਚ ਆ ਕੇ, ਇਸ ਗੱਲ ਦੀ ਸਮਝ ਪੈਣੀ ਆ ਸਤਿਗੁਰੂ ਦੀ ਸੰਗਤ ਕੀਤਿਆਂ ਹੋਇਆਂ, ਇਸ ਗੱਲ ਦੀ ਸਮਝ ਪੈਣੀ ਆ ਉਸ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ। ਆਪਾਂ ਕਿਸੇ ਬਾਗ ਵਿੱਚ ਗਏ ਹੋਈਏ, ਕਿਸੇ ਪਾਰਕ ਵਿੱਚ ਹੋਈਏ, ਉੱਥੇ ਫੁੱਲ ਖਿੜੇ ਹੋਏ ਹੋਣ, ਜਦੋਂ ਆਪਾਂ ਉਸ ਖਿੜੇ ਹੋਏ ਬਾਗ ਵਿੱਚ ਜਾਂਦੇ ਹਾਂ, ਸਾਨੂੰ ਸੁਗੰਧੀ ਆਉਂਦੀ ਆ, ਅਸੀਂ ਖੁਸ਼ਬੂ ਨੂੰ ਮਾਣਦੇ ਆ। ਅਸੀਂ ਕਿਸੇ ਕੂੜੇ ਵਾਲੇ ਡੰਪ ਵਾਲੇ ਪਾਸੇ ਨੂੰ ਚਲੇ ਜਾਈਏ, ਕੀ ਆਉਂਦਾ ਉੱਥੋਂ? ਦੁਰਗੰਧੀ, ਬਦਬੂ ਆਉਂਦੀ ਆ। ਸਾਡੀ ਸੰਗਤ ਡਿਸਾਈਡ ਕਰਦੀ ਆ, ਜਿਸ ਸੰਗਤ ਵਿੱਚ ਅਸੀਂ ਜਾ ਰਹੇ ਆ ਜਾਂ ਜਿਸ ਦੀ ਸੰਗਤ ਕਰ ਰਹੇ ਆ, ਉੱਥੋਂ ਹੀ ਸਾਡੇ ਜੀਵਨ ਦੀ ਕਾਇਆ ਕਲਪ ਹੋਣੀ ਆ। ਜੈਸੀ ਸੰਗਤ ਵੈਸੀ ਰੰਗਤ। ਤਾਂ ਕਰਕੇ ਮੇਰੇ ਸਾਹਿਬਾਂ ਨੇ ਆਖਿਆ, ਭਾਈ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਤਰ ਜਾਂਦਾ ਜਿਹੜਾ ਸਤ ਸੰਗਤ ਆ ਜਾਂਦਾ, ਕਿਉਂਕਿ ਇੱਥੇ ਬੜੇ ਬੜੇ ਨੇਮੀ ਪ੍ਰੇਮੀ ਬੈਠੇ ਨੇ। ਇੱਥੇ ਕੋਈ ਪੂਰਾ ਨਿਤਨੇਮ ਕਰਕੇ ਅਰਦਾਸ ਕਰਕੇ ਬੈਠਾ ਹੈ, ਇੱਥੇ ਕੋਈ ਨਿਤਨੇਮ ਤੋਂ ਵਧੇਰੇ ਸਹਿਜ ਪਾਠ ਦੇ ਵੀ ਕੁਝ ਅੰਗ ਪੜ੍ਹ ਕੇ, ਕੋਈ ਉਹਦੇ ਅਰਥਾਂ ਨੂੰ ਵੀ ਵਿਚਾਰ ਕੇ ਬੈਠਾ ਹੈ, ਕੋਈ 2-3 ਘੰਟੇ ਬਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਲਿਵ ਜੋੜਨ ਵਾਲਾ ਵੀ ਬੈਠਾ ਹੋਇਆ ਹੈ। ਇੱਥੇ ਇੱਕ ਦੂ ਇੱਕ ਚੜ੍ਹੰਦੀਆਂ, ਤਾਂ ਕਰਕੇ ਸੰਗਤ ਵਿੱਚ ਆਉਣਾ ਆ। ਇਸ ਮਨ ਦਾ ਮਿਲਾਪ ਉਹਦੇ ਨਾਲ ਕਿਵੇਂ ਹੋਣਾ? ਇੱਕ ਬੋਲ ਆਪਾਂ ਭਗਤ ਰਵਿਦਾਸ ਸਾਹਿਬ ਦਾ ਸਾਂਝਾ ਕਰ ਲਈਏ। ਗੱਲ ਮਿਲਾਪ ਦੀ ਆ, ਕਿਵੇਂ ਮਿਲਿਆ ਜਾਏ ਉਹਨੂੰ? ਬਹੁਤ ਜਨਮ ਵਿਛੁਰੇ ਥੇ ਮਾਧਵ, ਬਹੁਤ ਜਨਮ ਵਿਛੁਰੇ ਥੇ ਮਾਧਵ, ਬਹੁਤ ਜਨਮ ਬਹੁਤ ਜਨਮ ਵਿਛੁਰੇ ਥੇ ਮਾਧਵ, ਬਹੁਤ ਜਨਮ ਵਿਛੁਰੇ ਥੇ ਮਾਧਵ, ਬਹੁਤ ਜਨਮ। ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ। ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਆਸ ਹੈ ਸਾਨੂੰ। ਭਗਤ ਰਵਿਦਾਸ ਸਾਹਿਬ ਕਹਿੰਦੇ, ਮੈਂ ਆਸ ਵਿੱਚ ਜਿਉ ਰਿਹਾ ਕਿ ਇੱਕ ਦਿਨ ਤੇਰਾ ਮਿਲਾਪ ਹੋਵੇਗਾ। ਤੇ ਸਾਡੀ ਆਸ ਦੁਕਾਨ ਤੇ ਗਾਹਕ ਚੰਗਾ ਆ ਜਾਏ, ਅੱਜ ਆਮਦਨ ਚੰਗੀ ਹੋ ਜਾਏ, ਜਿੱਥੇ ਕੰਮ ਕਾਜ ਤੇ ਜਾਣਾ ਆ, ਮੇਰਾ ਓਨਰ ਮੇਰੇ ਨਾਲ ਚੰਗੀ ਤਰ੍ਹਾਂ ਟਰੀਟ ਕਰੇ। ਅਸੀਂ ਤੇ ਇਹ ਵਾਲੀਆਂ ਆਸਾਂ, ਤੁਸੀਂ ਮੈਨੂੰ ਖਿਮਾ ਕਰ ਦਿਓ, ਜਿਹੜੀ ਅਰਦਾਸ ਆਪਾਂ ਹੁਣੇ ਖਲੋ ਕੇ ਸਾਹਮਣੇ ਕੀਤੀ ਆ ਸਤਿਗੁਰੂ ਸਾਹਿਬ ਦੇ,
ਆਪਣੇ ਆਪ ਨੂੰ ਇੱਕ ਇਮਾਨਦਾਰੀ ਨਾਲ ਸਵਾਲ ਕਰੀਏ ਕਿ ਅਸੀਂ ਇਹ ਆਸ ਰੱਖੀ ਆ ਵੀ ਉਹਦੇ ਨਾਲ ਮਿਲਣਾ ਵੀ ਆ, ਉਹਦਾ ਮਿਲਾਪ ਵੀ ਹਾਸਲ ਹੋਣਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, 4 ਕੁੰਟ 10 ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਤੇ ਜਿਹੜੀ ਚੀਜ਼ ਮੰਗ ਹੀ ਨਹੀਂ ਰਹੇ, ਕਹਿ ਤੇ ਰਹੇ ਆ ਇਹ ਗੱਲ ਕਿ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ, ਤੇ ਇਹ ਆਸ ਹੈ ਉਹਦੇ ਚ ਸ਼ਾਮਲ। ਸਾਡੀ ਲਿਸਟ ਜਿਹੜੀ ਰੋਜ਼ਾਨਾ ਰਿਪੀਟ ਕਰ ਰਹੇ ਆ, ਇਹ ਸ਼ਾਮਲ ਕਰੀਏ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇਹ, ਇਸ ਮਿਲਾਪ ਦੇ ਲਈ ਯਤਨ ਪ੍ਰਾਰੰਭ ਕਰੀਏ। ਹੁਣ ਇਸ ਯਤਨ ਨੂੰ ਸਫਲ ਕਰਨ ਦੇ ਲਈ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚਣ ਵਾਸਤੇ ਕੀ ਕਰਨਾ ਪਵੇਗਾ? ਸੰਤ ਜਨਾਂ ਦੀ ਸੰਗਤ ਕਰਨੀ ਪਏਗੀ। ਹੁਣ ਸੰਤਾਂ ਦੀ ਸੰਗਤ ਕਰਨ ਤੋਂ ਪਹਿਲਾਂ ਇੱਕ ਆਪਣੇ ਆਪ ਦਾ ਨਿਰੀਖਣ ਕਰਨਾ ਪੈਣਾ ਆ। ਮੈਂ ਹੁਣ ਤੱਕ ਕਿਹਦੀ ਸੰਗਤ ਕਰ ਰਿਹਾ ਸਾਂ? ਮੇਰੀ ਸੰਗਤ ਜਿਨ੍ਹਾਂ ਬੰਦਿਆਂ ਦੇ ਨਾਲ ਮੇਰਾ ਮੇਲ ਮਿਲਾਪ ਹੈ, ਮੈਂ ਕਿਸ ਦੀ ਸੰਗਤ ਹੁਣ ਤੱਕ ਕਰ ਰਿਹਾ ਹਾਂ? ਕਿਤੇ ਉਹਨਾਂ ਦੀ ਸੰਗਤ ਤੇ ਨਹੀਂ ਕਰ ਰਿਹਾ ਜਿਨ੍ਹਾਂ ਤੋਂ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਕਬੀਰ ਸਾਖਤ ਸੰਗ ਨਾ ਕੀਜੀਐ। ਕੀ ਕਰੀਏ ਜੀ ਉੱਥੇ? ਉਹਨੂੰ ਸਤਿ ਸ੍ਰੀ ਅਕਾਲ ਬੁਲਾ ਲਈਏ, ਥੋੜਾ ਜਿਹਾ ਸਮਾਂ ਰੋਕ ਕੇ ਹਾਲ ਚਾਲ ਪੁੱਛ ਲਈਏ। ਭਗਤ ਕਬੀਰ ਸਾਹਿਬ ਨੇ ਕੀ ਆਖਿਆ? ਉਹ ਕਹਿੰਦੇ ਤੂੰ ਉਹਦੇ ਲਾਗੋਂ ਨਿਕਲ ਹੀ ਜਾ, ਬਸ ਦੌੜ ਹੀ ਜਾ, ਉਸ ਬੰਦੇ ਲਾਗੇ ਖਲੋਵੀਂ ਵੀ ਨਾ, ਤੂੰ ਹਾਲ ਚਾਲ ਪੁੱਛਣ ਦੀ ਗੱਲ ਕਰਦਾ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੋ ਜਾਈਏ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਿਸੇ ਕਾਲੇ ਬਰਤਨ ਨੂੰ, ਮਲੀਨ ਭਾਂਡੇ ਨੂੰ ਵੀ ਹੱਥ ਲਾਵਾਂਗੇ ਤੇ ਹੱਥ ਮੈਲੇ ਜ਼ਰੂਰ ਹੋਣੇ। ਇਸ ਕਰਕੇ ਆਪਣੀ ਸੰਗਤ ਤਬਦੀਲ ਕਰਨੀ ਸਭ ਤੋਂ ਪਹਿਲਾਂ। ਕਿੰਨਾ ਬੰਦਿਆਂ ਦੀ ਸੰਗਤ ਕਰ ਰਹੇ ਹਾਂ? ਸਾਡਾ ਮੇਲ ਮਿਲਾਪ ਕਿੰਨਾ ਦੇ ਨਾਲ ਹੈ? ਕਿਉਂਕਿ ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਐ ਕਿਛ ਕਹੀਐ। ਗੱਲਬਾਤ ਤੇ ਆਪਾਂ ਕਿਸੇ ਦੇ ਨਾਲ ਕਰਾਂਗੇ, ਸੰਸਾਰੀ ਜੀਵ ਆ, ਕਿਸੇ ਦੇ ਨਾਲ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਤੇ ਕਰਨਾ ਹੀ ਪੈਣਾ ਆ। ਪਰ ਕਿਹਦੇ ਨਾਲ ਕਰੀਏ? ਜਿਨ੍ਹਾਂ ਦਾ ਜ਼ਿਕਰ ਮੇਰੇ ਸਾਹਿਬਾਂ ਨੇ ਅੱਜ ਕੀਤਾ ਆ, ਜਿਨ੍ਹਾਂ ਦਾ ਜ਼ਿਕਰ ਮੇਰੇ ਪਾਤਸ਼ਾਹ ਨੇ ਅੱਜ ਕੀਤਾ। ਮੇਰੇ ਪਾਤਸ਼ਾਹ ਜੀ ਆਖਦੇ ਆ, ਸੰਤ ਮਿਲੇ ਕਿਛ ਸੁਣੀਐ ਕਹੀਐ। ਕਹਿੰਦੇ ਕੋਈ ਸੰਤ ਮਿਲੇ, ਕੋਈ ਉਹਦਾ ਪਿਆਰਾ ਮਿਲੇ, ਕੋਈ ਉਹਦੀ ਗੱਲ ਕਰਨ ਵਾਲਾ ਮਿਲੇ, ਉਹਨੂੰ ਅੱਜ ਦੇ ਸ਼ਬਦ 'ਚ ਮੇਰੇ ਸਾਹਿਬਾਂ ਆਖਿਆ ਉਹ ਮੇਰਾ ਭਰਾ, ਉਹ ਮੇਰਾ ਵੀਰ ਆ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੱਤ ਦੀ ਗੱਲ ਕਰਦਾ ਹੈ, ਜਿਹੜਾ ਗੁਰਮਤ ਦੀ ਗੱਲ ਕਰਦਾ ਆ। ਹੁਣ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਸੰਤ ਮਿਲੇ ਕਿਛ ਸੁਣੀਐ ਕਹੀਐ। ਪਾਤਸ਼ਾਹ ਨੂੰ ਸਾਰੇ ਸੰਤ ਤੇ ਨਹੀਂ ਮਿਲਦੇ, ਅਸੰਤ ਵੀ ਮਿਲਦੇ, ਅਸੰਤ ਭਾਵ ਟੁੱਟੇ ਹੋਏ ਵੀ ਮਿਲੈ ਅਸੰਤ। ਕੀ ਕਰੀਏ ਉੱਥੇ? ਮਸਟ ਕਰ ਰਹੀ ਹੈ ਬਾਬਾ, ਬੋਲਣਾ ਕਿਆ ਕਹੀਐ। ਜੈਸੇ RAM ਨਾਮ ਰਵ ਰਹੀ ਹੈ, ਜ਼ੁਬਾਨ ਤੋਂ ਉਹ ਗੱਲਾਂ ਬੋਲੀਏ, ਸੰਗਤ ਉਹਨਾਂ ਦੀ ਕਰੀਏ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੇਰੇ ਸਤਿਗੁਰੂ ਨਾਲ ਪ੍ਰੀਤ ਪੈ ਜਾਏ। ਸਾਡਾ ਮਿਲਾਪ ਗੁਰੂ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋ ਜਾਏ, ਤੇ ਸੰਗਤ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਇੱਥੇ ਭਾਈ ਲੱਖੂ ਦਾ ਹਵਾਲਾ ਇਤਿਹਾਸ ਚੋਂ ਮਿਲਦਾ। ਉਹ ਬੜਾ ਪਾਪੀ ਸੀ, ਉਹਨੇ ਅਨੇਕਾਂ ਲੋਕਾਂ ਦਾ ਘਾਤ ਕੀਤਾ। ਸੰਗਤ ਮਿਲ ਗਈ ਭਾਈ ਕਲਿਆਣੇ ਦੀ, ਭਾਈ ਕਲਿਆਣਾ ਜੀ ਦੀ ਸੰਗਤ ਮਿਲ ਗਈ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਆ ਪਹੁੰਚਿਆ। ਜਦੋਂ ਪਾਤਸ਼ਾਹ ਕੋਲ ਆਇਆ ਤੇ ਸਤਿਗੁਰੂ ਸਾਹਿਬ ਮਹਾਰਾਜ ਭਾਈ ਕਲਿਆਣੇ ਨੂੰ ਪੁੱਛਦੇ ਕੌਣ ਆ? ਹੁਣ ਹਰ ਬੰਦੇ ਵਾਸਤੇ ਗੱਲ ਨਹੀਂ ਪੁੱਛੀ ਜਾਂਦੀ, ਪਰ ਉਹਨੇ ਕੁਝ ਕਰਮ ਹੀ ਐਵੇਂ ਦਾ ਕੀਤਾ। ਸੰਗਤ ਐਵੇਂ ਬੈਠੀ ਹੋਈ ਸੀ ਗੁਰੂ ਪਿਤਾ ਦੇ ਚਰਨਾਂ 'ਚ, ਜਿਵੇਂ ਤੁਸੀਂ ਬੈਠੇ ਹੋ। ਉਹ ਭਾਈ ਕਲਿਆਣੇ ਦੇ ਨਾਲ ਐਂਟਰੀ ਕੀਤੀ ਦਰਬਾਰ 'ਚ, ਤੇ ਉਹਨੇ ਕੋਈ ਮੱਥਾ ਨਹੀਂ ਟੇਕਿਆ, ਉਹਨੇ ਕੋਈ ਸਿਰ ਨਹੀਂ ਝੁਕਾਇਆ ਆਪਣਾ, ਕਿਉਂਕਿ ਉਹਦਾ ਸੁਭਾਅ ਹੀ ਨਹੀਂ ਸੀ, ਉਹਦੀ ਸੰਗਤ ਹੀ ਨਹੀਂ ਸੀ ਇਦਾਂ ਦੀ। ਹੁਣ ਸਤਿਗੁਰੂ ਆਖਿਆ ਕੌਣ? ਆਖਿਆ ਪਾਤਸ਼ਾਹ ਜੀ ਤੁਸੀਂ ਜਾਣਦੇ ਹੋ, ਕਿਉਂਕਿ ਮੇਰੇ ਕੋਲ ਸਾਖੀ ਦੇ ਵਿਸਥਾਰ ਦਾ ਸਮਾਂ ਨਹੀਂ। ਪਾਤਸ਼ਾਹ ਬਸ ਕਿਰਪਾ ਕਰੋ, ਮੈਨੂੰ ਕਤਲ ਕਰ ਦੇਣ ਲੱਗਾ ਸੀ, ਮੈਂ ਤੁਹਾਡੇ ਚਰਨਾਂ 'ਚ ਫਰਿਆਦ ਕੀਤੀ, ਮੈਂ ਇਹਦੇ ਵੱਲ ਅੱਖ ਭਰ ਕੇ ਵੇਖਿਆ,
ਚਿੱਤ ਮੇਰਾ ਤੁਹਾਡੇ ਚਰਨਾਂ 'ਚ ਸੀ, ਤੁਸੀਂ ਇਹਦਾ ਮਨ ਤਬਦੀਲ ਕਰ ਦਿੱਤਾ ਤੇ ਪਾਤਸ਼ਾਹ ਮੈਂ ਲੈ ਕੇ ਤੁਹਾਡੇ ਕੋਲ ਆ ਗਿਆ। ਤੇ ਮੇਰੇ ਸਤਿਗੁਰਾਂ ਨੇ 2 ਸਵਾਲ ਕੀਤੇ ਸੀ, ਆਪਾਂ ਵੀ ਕਰ ਲਈਏ ਆਪਣੇ ਆਪ ਨੂੰ ਉਹ ਸਵਾਲ। ਭਾਈ ਲੱਖੂ ਨੂੰ ਮੇਰੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ 2 ਸਵਾਲ ਕੀਤੇ। ਮੇਰੇ ਪਾਤਸ਼ਾਹ ਕਹਿੰਦੇ ਆ ਭਾਈ ਦੱਸ, ਆਪਣੇ ਜੀਵਨ ਵਿੱਚ ਕੋਈ ਚੰਗਾ ਕੰਮ ਕੀਤਾ ਹੈ? ਫਟ ਕਹਿੰਦਾ ਜੀ ਇੱਕ ਵੀ ਨਹੀਂ ਕੀਤਾ ਆਪਣੇ ਜੀਵਨ 'ਚ ਚੰਗਾ ਕੰਮ। ਪਾਤਸ਼ਾਹ ਕਹਿੰਦੇ ਕੋਈ ਮਾੜਾ ਛੱਡਿਆ ਹੈ? ਸੋਚ ਕੇ ਕਹਿੰਦਾ ਦੱਸਦਾ। ਸੋਚਣ ਤੋਂ ਬਾਅਦ ਜਦੋਂ ਚੰਗਾ, ਉਦੋਂ ਕਹਿੰਦਾ ਜੀ ਕੋਈ ਵੀ ਨਹੀਂ ਕੀਤਾ। ਜਦੋਂ ਪੁੱਛਿਆ ਮਾੜਾ, ਕਹਿੰਦਾ ਜੀ ਇੱਕ ਵੀ ਨਹੀਂ ਛੱਡਿਆ, ਸੋਚ ਕੇ ਦੱਸਦਾ ਆ। ਸਤਿਗੁਰਾਂ ਨੇ ਐਸੀ ਰਹਿਮਤ ਕਰ ਦਿੱਤੀ। ਇਹ ਉਹ ਹੀ ਭਾਈ ਲੱਖੂ ਆ ਜਿਹਦੇ ਕਹਿਣ ਦੇ ਉੱਤੇ ਭਾਈ ਬੁੱਧੂ ਦਾ ਲਾਹੌਰ ਦੇ ਵਿੱਚ ਆਵਾ ਕੱਚਾ ਰਿਹਾ ਸੀ। ਇਹਨੇ ਸਾਰੀ ਉਮਰ ਆਪਣੇ ਮੋਢੇ ਤੇ ਕੰਬਲੀ ਰੱਖੀ। ਲੋਕੀ ਬਾਬਾ ਕਾਮਲੀਆ ਵੀ ਕਹਿੰਦੇ। ਤੇ ਜਿੱਥੇ ਆਪ ਭਾਈ ਕਲਿਆਣੇ ਦੀ ਸੰਗਤ ਕਰਕੇ ਸਤਿਗੁਰਾਂ ਦੇ ਨਾਲ ਜੁੜ ਗਿਆ, ਫਿਰ ਉਸ ਘਰ ਦਾ ਹੋਕਾ ਦੇਣ ਲੱਗ ਪਿਆ। ਹੋਕਾ ਦੇਣ ਲੱਗ ਪਿਆ ਉਹ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦਾ। ਹੁਣ ਜਦੋਂ ਸਾਡੀ ਸੰਗਤ, ਜਦੋਂ ਸਾਡੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਿਸੇ ਨੇਕ ਜਨ ਦੇ ਨਾਲ ਹੁੰਦਾ ਹੈ, ਕਿਸੇ ਸੰਤ ਦੇ ਨਾਲ ਹੁੰਦਾ ਹੈ, ਕਿਸੇ ਮਿਲੇ ਦੇ ਨਾਲ ਹੁੰਦਾ ਹੈ, ਤੇ ਸਾਡਾ ਮਿਲਾਪ ਜਿਹੜਾ ਉਹ ਸੰਭਵ ਆ, ਯਕੀਨੀ ਹੋ ਜਾਏਗਾ ਫਿਰ ਹੌਲੀ ਹੌਲੀ। ਹੁਣ ਪਹਿਲਾਂ ਤੇ ਉਹਨੂੰ ਮਿਲਣਾ ਹੈ, ਇਸ ਗੱਲ ਦਾ ਖਿਆਲ ਰਵੇ। ਫਿਰ ਸਾਡੀ ਸੰਗਤ ਅਸੀਂ ਕਿਹਨਾਂ ਦੀ ਕਰ ਰਹੇ ਹਾਂ ਉਹਨੂੰ ਵਾਚਣਾ ਹੈ, ਉਸ ਚੀਜ਼ ਨੂੰ ਸਮਝਣਾ ਹੈ। ਫਿਰ ਜਦੋਂ ਸੰਗਤ ਦੇ ਰਾਹੀਂ ਸੰਗਤ ਵਿੱਚ ਆਵਾਂਗੇ, ਸਤਿਗੁਰੂ ਦਾ ਸੰਗ ਕਰਾਂਗੇ, ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਅਵੱਛ ਹੋਵੇਗੀ। ਅੱਜ ਦੇ ਜੋ ਪਾਵਨ ਪਿੱਤਰ ਬੋਲ ਸਾਹਿਬਾਂ ਬਖਸ਼ੇ ਨੇ ਸਲੋਕ, ਸੰਤ ਮੰਡਲ ਹਰ ਜਸ ਕਥ ਹੈ, ਬੁੱਲ ਹੈ ਸਤ ਸੁਭਾਏ। ਸਤਿਗੁਰੂ ਕਹਿੰਦੇ ਸੰਗਤ ਕਰ ਉਹਨਾਂ ਦੀ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਮਿਲਾਪ ਚਾਹੁੰਦੇ ਆ। ਕੋਈ ਵੀ ਪਿਤਾ ਨਹੀਂ ਚਾਹੁੰਦਾ ਉਹਦਾ ਬੱਚਾ ਖੱਜਲ ਖੁਆਰ ਹੋਵੇ। ਕੋਈ ਪਿਤਾ ਚਾਹੁੰਦਾ ਹੈ ਜੀ? ਕੋਈ ਪਿਤਾ ਨਹੀਂ ਇਹ ਗੱਲ ਚਾਹੁੰਦਾ। ਹਰ ਮਾਂ-ਬਾਪ ਹੀ ਇਹ ਚਾਹੁੰਦਾ ਮੇਰੇ ਪੁੱਤ ਦਾ ਭਲਾ ਹੋਵੇ, ਇਹਦੇ ਜੀਵਨ ਦੀ ਕਲਿਆਣ ਹੋਵੇ। ਅਸੀਂ ਹੁਣੇ ਅਰਦਾਸ ਕਰਨੀ ਆ ਸਤਿਗੁਰੂ ਦੇ ਸਾਹਮਣੇ ਖਲੋ ਕੇ। ਕੀ ਆਖਣਾ ਹੈ ਆਪਾਂ ਭਲਾ? ਅਸ ਆਖਣਾ ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮ ਮਾਤ ਪਿਤਾ ਹਮ। तुम मात पिता हम बारिक तेरे, तुम मात पिता हम बारिक तेरे, तुम मात पिता हम। ਅਸੀਂ ਰੋਜ਼ ਕਹਿ ਰਹੇ ਹਾਂ, ਮੰਨ ਰਹੇ ਹਾਂ ਇਸ ਗੱਲ ਨੂੰ, ਰੋਜ਼ ਆਖ ਰਹੇ ਹਾਂ ਸਾਹਮਣੇ ਖਲੋ ਕੇ ਸਤਿਗੁਰੂ ਜੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ, ਤੁਮਰੀ ਕਿਰਪਾ ਮਹਿ। ਤੇ ਸੁੱਖ ਕਿੱਥੋਂ ਕਿੱਥੋਂ ਲੱਭ ਰਹੇ ਆ? ਕੋਈ ਟਿਕਾਣਾ ਛੱਡਿਆ ਨਹੀਂ ਆਪਾਂ ਦੇ ਸੁੱਖ ਲੱਭਣ ਵਾਲਾ ਜੀ। ਤੇ ਇੱਧਰ ਕਮਿਟਮੈਂਟ ਕਰਕੇ ਗਏ ਆਪਾਂ, ਸਵੇਰੇ ਸਵੇਰੇ ਕਹਿ ਕੇ ਗਏ ਕਿ ਪਾਤਸ਼ਾਹ ਜੀ ਤੁਸੀਂ ਮੇਰੇ ਮਾਤਾ, ਤੁਸੀਂ ਮੇਰੇ ਪਿਤਾ ਹੋ, ਮੇਰੇ ਸਾਰੇ ਸੁੱਖ ਕੇਵਲ ਤੁਹਾਡੇ ਕੋਲ ਆ। ਤੇ ਫਿਰ ਸਾਰਾ ਦਿਨ ਜੇ ਕਿਸੇ ਨੇ ਬਾਬੇ ਦੀ ਦੱਸ ਪਾ ਦਿੱਤੀ, ਕਿਸੇ ਮੌਲਵੀ ਦੀ ਦੱਸ ਪਾ ਦਿੱਤੀ, ਕਿਸੇ ਲਾਚੀਆਂ, ਕਿਸੇ ਮਿਰਚਾਂ ਵਾਲਿਆਂ ਦੀ ਦੱਸ ਪਾਤੀ, ਪਾਣੀ ਦੀਆਂ ਬੋਤਲਾਂ ਵਾਲੇ ਦੀ ਦੱਸ ਪਾਤੀ, ਸਾਰਾ ਦਿਨ ਇਦਾਂ ਲੰਘ ਜਾਂਦਾ। ਫਿਰ ਆ ਸਾਡੀ ਦੋਗਲੀ ਨੀਤੀ ਹੈ ਨਾ ਇੱਥੇ, ਵੀ ਇੱਥੇ ਸਤਿਗੁਰੂ ਨੂੰ ਕਹਿ ਕੇ ਜੀ ਨਹੀਂ ਸਭ ਸੁੱਖਾਂ ਦੇ ਦਾਤੇ ਤੁਸੀਂ ਹੋ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਏ। ਹੁਣ ਅਸੀਂ ਸਤਿਗੁਰੂ ਨੂੰ ਕਿਹਾ ਤੁਸੀਂ ਸਾਡੇ ਮਾਤਾ ਹੋ, ਤੁਸੀਂ ਸਾਡੇ ਪਿਤਾ ਹੋ, ਤੁਸੀਂ ਸਾਡਾ ਭਲਾ ਕਰ ਸਕਦੇ ਹੋ, ਕਿਉਂਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ, ਜੀ ਕੀ ਇੱਕ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਣੇ। ਹੁਣ ਇੰਨੀ ਗੱਲ ਕਹਿਣ ਤੋਂ ਬਾਅਦ ਵੀ ਜੇ ਅਸੀਂ ਭਟਕਦੇ ਰਹੀਏ ਤੇ ਕਸੂਰ
ਸਾਡਾ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ। ਇਹਦੇ 'ਚ ਗੁਸਤਾਖੀ ਸਾਡੀ ਹੈ ਜੀ, ਗੁਨਾਹ ਸਾਡਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਆ ਕਿਰਪਾ ਕਰਕੇ ਕਿ ਕੋਈ ਵੀ ਪਿਤਾ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਖੱਜਲ ਖੁਆਰ ਹੋਵੇ। ਸਤਿਗੁਰੂ ਜੀ ਹੁਣ ਸਾਨੂੰ ਸਮਝਾ ਰਹੇ ਆ, ਦੱਸ ਰਹੇ ਆ। ਪਾਤਸ਼ਾਹ ਕਹਿੰਦੇ ਆ ਕਿ ਸੰਤ ਮੰਡਲ ਹਰ ਜਸ ਕਥ ਹੈ। ਭਾਈ ਵੇਖ ਤੇ ਸਹੀ ਤੂੰ ਉਹਨਾਂ ਵੱਲ, ਉਹਨਾਂ ਪਿਆਰਿਆਂ ਵੱਲ ਵੇਖ, ਉਹਨਾਂ ਸਤਸੰਗੀਆਂ ਵੱਲ ਵੇਖ, ਉਹਨਾਂ ਰੰਗੀਆਂ ਹੋਈਆਂ ਰੂਹਾਂ ਵੱਲ ਵੇਖ, ਜਿਨ੍ਹਾਂ ਦਾ ਸਾਰਾ ਸਮਾਂ ਉਹਦੀ ਕੀਰਤੀ ਵਿੱਚ ਬਤੀਤ ਹੁੰਦਾ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਦਾ ਦਿਨ ਰਾਤ ਇਵੇਂ ਬਤੀਤ ਹੁੰਦਾ ਹੈ ਨਾ, ਉਹ ਮੰਡਲੀਆਂ ਬਣਾ ਕੇ, ਮੰਡਲੀ ਤੋਂ ਭਾਵ ਜਥਾ ਬਣਾ ਕੇ ਇਕੱਠੇ ਹੋ ਕੇ ਕੀ ਕਰਦੇ ਨੇ ਜੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਆ। ਸੰਤ ਮੰਡਲ ਹਰ ਜਸ ਕਥ ਹੈ, ਬੁੱਲ ਹੈ ਸਤ ਸੁਭਾਏ, ਸਦਾ ਆਪਣੇ ਚਿੱਤ ਨੂੰ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜੋੜ ਕੇ ਰੱਖਦੇ ਆ। ਸੰਤ ਮੰਡਲ ਹਰ ਜਸ ਕਥ ਹੈ, ਬੁੱਲ ਹੈ ਸਤ ਸੁਭਾਏ, ਨਾਨਕ ਮਨ ਸੰਤੋਖੀ ਹੈ ਏਕਸ ਸਿਉ ਲਿਵ ਲਾਏ। ਤੇ ਆਪਾਂ ਗੱਲ ਸ਼ੁਰੂ ਕੀਤੀ ਸੀ ਮਨ ਤੋਂ ਕਿ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਹੁਣ ਪਾਤਸ਼ਾਹ ਕਹਿੰਦੇ ਆ ਜਦੋਂ ਸੰਤ ਮੰਡਲੀ ਜਾਂ ਸੰਤ ਸੰਗਤ ਵਿੱਚ ਆ ਕੇ, ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਜਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ, ਜਿਵੇਂ ਦਾਸ ਨੇ ਬੇਨਤੀ ਕੀਤੀ ਆ, ਕਿਸੇ ਖਿੜੀ ਹੋਈ ਫੁਲਵਾੜੀ ਵਿੱਚ ਜਾਵਾਂਗੇ, ਸੁਗੰਧੀ ਮਾਣਾਂਗੇ, ਕਿਉਂਕਿ ਸੰਗਤ ਅਸੀਂ ਫੁੱਲਾਂ ਦੀ ਕਰ ਰਹੇ ਹਾਂ। ਤੇ ਜੇ ਅਸੀਂ ਕਿਸੇ ਕੂੜੇ ਦੇ ਢੇਰ ਵਾਲੇ ਪਾਸੇ ਨੂੰ ਚਲੇ ਗਏ ਤੇ ਬਦਬੂ ਆਵੇਗੀ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਜੁੜਿਆਂ ਦੀ ਸੰਗਤ ਕਰਦੇ ਹਾਂ, ਭਲਿਆਂ ਦੀ ਸੰਗਤ ਕਰਦੇ ਹਾਂ, ਤੇ ਸਾਡਾ ਵੀ ਉਹਦੇ 'ਚ ਭਲਾ ਹੁੰਦਾ ਆ, ਸਾਡੀ ਵੀ ਉਹਦੇ ਵਿੱਚ ਕਲਿਆਣ ਹੁੰਦੀ ਹੈ। ਜਦੋਂ ਅਸੀਂ ਜੁੜਿਆਂ ਦੀ ਸੰਗਤ ਕਰਦੇ ਹਾਂ ਤੇ ਇਹ ਮਨ ਫਿਰ ਵਸ 'ਚ ਆ ਜਾਂਦਾ ਹੈ ਜੀ, ਇਹ ਮਨ ਟਿਕ ਜਾਂਦਾ ਹੈ, ਮਨ ਨੂੰ ਸਬਰ ਤੇ ਸੰਤੋਖ ਆ ਜਾਂਦਾ ਹੈ, ਇਹਦੀ ਦੌੜ ਫਿਰ ਮੁੱਕ ਜਾਂਦੀ ਆ, ਇਹਦੀ ਦਿਨ ਰਾਤ ਦੀ ਭਟਕਣਾ ਫਿਰ ਖਤਮ ਹੋ ਜਾਂਦੀ ਆ। ਜਦੋਂ ਲਿਵ ਇੱਕ ਦੇ ਨਾਲ ਜੁੜ ਜਾਏ, ਥਾਂ ਥਾਂ ਤੇ ਨਹੀਂ, ਜਦੋਂ ਕੇਵਲ ਇੱਕ ਦੇ ਉੱਤੇ ਆਸ ਰੱਖ ਲਈਏ। ਇੱਕ ਹੋਰ ਬਚਨ ਸਾਂਝਾ ਕਰ ਲਈਏ ਸੁਖਮਨੀ ਸਾਹਿਬ ਚੋਂ। ਪਾਤਸ਼ਾਹ ਕਹਿੰਦੇ ਆ, ਤਜਹੋ ਸਿਆਨਪ ਸੁਰ ਜਨ ਹੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਭਉ ਜਾਏ। ਧਰ ਜੀਅਰੇ ਇੱਕ ਟੇਕ ਤੂੰ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਕਹਿੰਦੇ ਆ ਕਿ ਇੱਕ ਸਿਉ ਚਿਤ ਲਾਏ, ਕੇਵਲ ਇੱਕ ਦੇ ਨਾਲ ਚਿੱਤ ਜੁੜ ਜਾਂਦਾ ਹੈ ਤੇ ਜੋੜਨਾ ਚਾਹੀਦਾ ਹੈ। ਤੇ ਸੰਤ ਜਨਾਂ ਦਾ ਜੁੜਿਆ ਹੁੰਦਾ, ਉਹਨਾਂ ਦੀ ਸੰਗਤ ਕਰਕੇ ਅਸੀਂ ਵੀ ਇੱਧਰਲੇ ਪਾਸੇ ਤੁਰ ਸਕਦੇ ਹਾਂ ਪੌੜੀ, ਕਿਉਂਕਿ ਬਾਣੀ ਥਿੱਤੀ ਹੈ। ਸਤਵੀਂ ਥਿੱਤ ਰਾਹੀਂ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀ ਉਪਦੇਸ਼ ਦੇ ਕੇ ਸਮਝਾਉਂਦੇ ਆ, ਸਪਤਮ ਸੰਚੋਹ ਨਾਮ ਧਨ, ਟੂਟ ਨ ਜਾਹੇ ਭੰਡਾਰ। ਐ ਮੇਰਿਆ ਮਣਾ, ਤੂੰ ਇਸ ਗੱਲ ਦਾ ਖਿਆਲ ਰੱਖ, ਤੇਰੇ ਕੋਲ ਜਿਹੜਾ ਸਮਾਂ ਬਹੁਤ ਥੋੜਾ ਤੇ ਬਹੁਤ ਸੀਮਤ ਆ, ਤੇ ਤੂੰ ਫਿਰ ਯਤਨ ਕੀ ਕਰਨਾ ਹੈ? ਤੂੰ ਇੱਕ ਅਰਦਾਸ ਕਰਨੀ, ਆਪਾਂ ਰਲ ਕੇ ਕਰੀਏ ਪਹਿਲਾਂ ਪੌੜੀ ਨੂੰ ਵਿਚਾਰਨ ਤੋਂ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ। ਹੇ ਮੇਰੇ ਪਾਤਸ਼ਾਹ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ, ਕਿਉਂਕਿ ਅੱਜ ਤੁਸੀਂ ਉਪਦੇਸ਼ ਕਰ ਰਹੇ ਹੋ ਕਿ ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਹੇ ਭੰਡਾਰ। ਇਹੋ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ।
ਇਹ ਐਸਾ ਨਾਮ ਦਾ ਧਨ ਹੈ ਜਿਹੜਾ ਸਦਾ ਨਾਲ ਨਿਭਣਾ ਹੈ, ਜਿੱਥੇ ਕਿਸੇ ਨਾਲ ਨਹੀਂ ਨਾ ਜੀ ਨਿਭਣਾ। ਜੈ ਮਾਤ ਪਿਤਾ ਸੁਤ ਮਨ ਊਹਾ ਨਾਮ ਤੇਰਾ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਹੁਣ ਸਤਿਗੁਰੂ ਕਹਿੰਦੇ ਉਹ ਨਾਮ ਇਕੱਠਾ ਕਰ ਲੈ, ਕਿਉਂਕਿ ਗੁਰ ਕਾ ਬਚਨ ਬਸੈ, ਜੀ ਨਾਲੇ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਪਰਮਾਤਮਾ ਦੀ ਕੀਤੀ ਹੋਈ ਕੀਰਤੀ ਤੇਰੇ ਤੋਂ ਕੋਈ ਖੋਹ ਥੋੜਾ ਲਵੇਗਾ। ਕੋਈ ਦੁਨੀਆ ਦੀ ਤਾਕਤ ਚੁਰਾ ਨਹੀਂ ਸਕਦੀ, ਕੋਈ ਉਹਨੂੰ ਸਾੜ ਨਹੀਂ ਸਕਦਾ, ਕੋਈ ਖੋਹ ਨਹੀਂ ਸਕਦਾ, ਕੋਈ ਡੁਬੋ ਨਹੀਂ ਸਕਦਾ। ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਹੇ ਭੰਡਾਰ। ਇਹ ਭੰਡਾਰਾ ਜਿਉਂ ਜਿਉਂ ਜਪਾਂਗੇ, ਜਿਉਂ ਜਿਉਂ ਪੀਵਤੰ ਸੰਤ ਨਾ ਤ੍ਰਿਪਤੇ। ਇਹ ਨਾਮ ਦਾ ਧਨ ਜਿੰਨਾ ਸੰਤ ਜਨ ਪੀਂਦੇ ਨੇ। ਜਿਸ ਮੰਡਲੀ ਦਾ ਜ਼ਿਕਰ ਸਤਿਗੁਰਾਂ ਕੀਤਾ, ਉਹ ਕਹਿੰਦੇ ਪੀ ਪੀ ਕੇ ਰੱਜਦੇ ਹੀ ਨਹੀਂ, ਨਾਮ ਧਨ। ਜਿਵੇਂ ਅਮਲੀ ਬੰਦਾ, ਉਹਨੂੰ ਅਮਲ ਦੀ ਤੋਟ ਲੱਗਦੀ ਹੈ, ਬੇਹਾਲ ਹੋ ਜਾਂਦਾ ਹੈ, ਤੇ ਰੱਬ ਦਾ ਪਿਆਰਾ ਕੀ ਆਖਦਾ ਹੈ? ਆਖਾਂ ਜੀਵਾਂ ਵਿਸਰੈ ਮਰ ਜਾਉ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇਂ ਤਾਂ ਸੇਵਾ। ਮੇਰਾ ਤੇਰੇ ਤੋਂ ਬਿਨਾ ਕੋਈ ਹਾਲ ਨਹੀਂ ਹੈ ਪਾਤਸ਼ਾਹ। ਸਾਹਿਬ ਆਖਦੇ ਉਸ ਨਾਮ ਦਾ ਧਨ ਭੰਡਾਰਾ ਇਕੱਠਾ ਕੀਤਾ ਜਾਏ। ਪਾਤਸ਼ਾਹ ਕਿੱਥੋਂ ਮਿਲੇਗਾ? ਸੰਤ ਸੰਗਤ ਮੈਂ ਪਾਈ ਹੈ, ਅੰਤ ਨਾ ਪਾਰਾਵਾਰ। ਸੰਤਾਂ ਦੀ ਸੰਗਤ ਕਰਕੇ ਜਿਹੜੇ ਮਿਲੇ ਹੋਏ ਆ, ਡੋਲ ਰਿਹਾ ਤੂੰ। ਰੱਬੀ ਬਾਣੀ ਦਾ ਇੱਕ ਬੋਲ ਆ, ਪਾਤਸ਼ਾਹ ਕਿਰਪਾ ਕਰਦੇ ਆ ਕਿ ਕੋਈ ਥੋੜਾ ਜਿਹਾ ਕਮਜ਼ੋਰ ਵਿਅਕਤੀ ਕਿਸੇ ਦਰਿਆ ਦੇ ਕਿਨਾਰੇ ਤੇ ਖਲੋਤਾ, ਉਹਨੇ ਪਾਰ ਕਰਨਾ ਸੀ, ਪਾਣੀ ਵੀ ਕੋਈ ਬਹੁਤਾ ਡੂੰਘਾ ਨਹੀਂ। ਉਹ ਉਡੀਕਦਾ ਰਿਹਾ, ਸ਼ਾਇਦ ਮੈਂ ਕਿਵੇਂ ਪਾਰ ਹੋਵਾਂ, ਕੋਈ ਮੈਨੂੰ ਪਾਰ ਕਰਾ ਦੇਵੇ। ਇੰਨੀ ਦੇਰ ਨੂੰ ਇੱਕ ਨੌਜਵਾਨਾਂ ਦੀ ਮੰਡਲੀ ਆ ਗਈ। ਮੰਡਲੀ ਭਾਵ ਕੁਝ ਨੌਜਵਾਨ ਇਕੱਠੇ ਹੋ ਕੇ ਆ ਗਏ। ਹੁਣ ਉਹ ਆਏ, ਉਹਨਾਂ ਨੇ ਆਉਂਦਿਆਂ ਛਾਲਾਂ ਮਾਰੀਆਂ, ਉਹਨਾਂ ਨੇ ਬਾਹਾਂ ਹਿਲਾਈਆਂ ਆਪਣੀਆਂ, ਤੈਰ ਕੇ ਤੇ ਪਾਰ ਹੋ ਗਏ। ਸੰਗਤ ਕਿਉਂ ਕਰਨੀ ਆਪਾਂ? ਸੰਗਤ ਇਸ ਕਰਕੇ ਕਰਨੀ ਆ ਕਿਉਂਕਿ ਇੱਥੇ ਸਾਰੇ ਡੁੱਬੇ ਨਹੀਂ ਆਉਂਦੇ, ਇੱਥੇ ਤਰੇ ਹੋਏ ਵੀ ਆਉਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਉਹਨਾਂ ਦੇ ਰਾਹੀਂ ਸਾਡੇ ਤੇ ਕਿਰਪਾ ਹੋ ਜਾਣੀ ਸਾਰਿਆਂ ਤੇ। ਹੁਣ ਪਾਤਸ਼ਾਹ ਜੀ ਦੇ ਬੋਲ ਨੇ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਕਿ ਉਸ ਦਰਿਆ ਨੂੰ ਪਾਰ ਕਰਦਿਆਂ ਨੌਜਵਾਨਾਂ ਵੱਲ ਵੇਖਿਆ, ਤੇ ਜਿਹੜਾ ਬੰਦਾ ਆਪਣੇ ਆਪ ਨੂੰ ਕਮਜ਼ੋਰ ਜਿਹਾ ਮਹਿਸੂਸ ਕਰ ਰਿਹਾ ਸੀ ਨਾ, ਉਹਨੇ ਆਖਿਆ ਜੇ ਇਹ ਪਾਰ ਹੋ ਸਕਦੇ ਤੇ ਮੈਂ ਕਿਉਂ ਨਹੀਂ। ਉਹਨਾਂ ਵੱਲ ਵੇਖ ਕੇ ਉਹਨੇ ਨਾਲ ਹੀ ਛਾਲ ਮਾਰ ਦਿੱਤੀ ਕਿ ਜਦੋਂ ਮੈਂ ਡੁੱਬਣ ਲੱਗਾਂਗਾ ਘੱਟੋ ਘੱਟ ਬਚਾ ਤੇ ਲੈਣਗੇ ਮੈਨੂੰ। ਇਸੇ ਤਰ੍ਹਾਂ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ, ਕਈ ਵਾਰੀ ਬਹੁਤ ਮਨ ਉਦਾਸ ਹੁੰਦਾ ਹੈ, ਕਈ ਵਾਰੀ ਬਹੁਤ ਢਹਿੰਦੀ ਕਲਾ ਵਿੱਚ ਹੁੰਦੇ ਆ। ਸੰਗਤ ਵਿੱਚ ਤਾਂ ਕਰਕੇ ਆਉਣਾ ਹੈ, ਇੱਕਦਮ ਤੁਹਾਡਾ ਔਰਾ ਹੀ ਤਬਦੀਲ ਹੋ ਜਾਏਗਾ। ਸੰਗਤ ਵਿੱਚ ਆ ਕੇ ਇੱਕਦਮ ਮਾਈਂਡ ਸੈਟ ਤੁਹਾਡਾ ਚੇਂਜ ਹੋ ਜਾਂਦਾ ਹੈ। ਸੱਜਣ ਠੱਗ ਦਾ ਤਬਦੀਲ ਹੋ ਗਿਆ ਨਾ, ਸੰਗਤ ਕੀਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕਰਤੀ। ਕੌਡੇ ਰਾਖਸ਼ ਦਾ ਚੇਂਜ ਹੋ ਗਿਆ, ਭੂਮੀਏ ਚੋਰ ਦਾ ਬਦਲ ਗਿਆ ਮਨ। ਇੱਥੇ ਸੈਦ ਖਾਂ ਚੜ ਕੇ ਆਇਆ, ਕਲਗੀਧਰ ਸਤਿਗੁਰਾਂ ਨੂੰ ਕਹਿੰਦਾ ਤੁਹਾਨੂੰ ਮੈਂ ਹੀ ਖਤਮ ਕਰਾਂਗਾ। ਮਨ ਤਬਦੀਲ ਹੋ ਗਿਆ ਸਤਿਗੁਰਾਂ ਦੇ ਦੀਦਾਰ ਪਾ ਕੇ। ਪੀਰ ਬੁੱਧੂ ਸ਼ਾਹ ਵਰਗਾ ਚੱਲ ਕੇ ਆਉਂਦਾ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਦੀਦ ਪਾਉਂਦਾ ਹੈ, ਸੰਗਤ ਕਰਦਾ ਹੈ, ਆਪਣੇ ਪੁੱਤਰ ਕੁਰਬਾਨ ਕਰ ਦਿੰਦਾ ਹੈ। ਆਪਣੇ ਪੁੱਤਰ ਕੁਰਬਾਨ ਕਰਕੇ ਮੰਗਦਾ ਜੀ ਆ ਬਸ ਕੰਗੇ 'ਚ ਅੜੇ ਹੋਏ ਕੇਸ ਦੇ ਦਿਓ। ਹੁਣ ਸਤਿਗੁਰੂ ਕਿਰਪਾ ਕਰਦੇ ਆ, ਨਾਮ ਦਾ ਧਨ ਇਕੱਠਾ ਕਰਨਾ ਆ। ਮਿਲੇਗਾ ਕਿੱਥੋਂ? ਪਾਤਸ਼ਾਹ ਕਹਿੰਦੇ ਆ ਸਤ ਸੰਗਤ ਮੈਂ ਪਾਈ ਹੈ, ਅੰਤ ਨਾ ਪਾਰਾਵਾਰ। ਸੰਗਤ ਚੋਂ ਮਿਲਦਾ ਹੈ, ਸੰਗਤ ਵਿੱਚ ਬਹਿ ਕੇ ਜਾਚ ਆਉਂਦੀ ਆ। ਜੋ ਸਤਿਗੁਰੂ ਜੀ ਗੁਰਮੰਤਰ ਦੀ ਦਾਤ ਦਿੰਦੇ ਆ, ਉਹ ਸਤ ਸੰਗੀਆਂ ਵੱਲ ਵੇਖ ਵੇਖ ਕੇ ਉਹਦਾ ਅਭਿਆਸ ਕਰੀਦਾ ਹੈ। ਤੇ ਪਾਤਸ਼ਾਹ ਜੀ ਜਪਦੇ ਤੇ ਹਾਂ, ਗੱਲ ਬਣਦੀ ਨਹੀਂ। ਹੁਣ ਸੰਗਤ ਜੀ ਇਹ ਲੜੀ ਚੱਲ ਰਹੀ, ਇਹਨੂੰ ਬੜੇ ਧਿਆਨ ਦੇ ਨਾਲ ਸਰਵਣ ਕਰਿਓ। ਸਭ ਤੋਂ ਪਹਿਲਾਂ ਨਾਮ ਜਪਣ ਵਾਸਤੇ ਕਿਹਾ, ਫਿਰ ਸਤਿਗੁਰਾਂ ਨੇ ਆਖਿਆ ਸਤ ਸੰਗਤ ਦਾ ਆਸਰਾ ਲੈ। ਆਖਿਆ ਜੀ ਗੱਲ ਨਹੀਂ ਬਣ ਰਹੀ। ਪਾਤਸ਼ਾਹ ਕਹਿੰਦੇ ਆ ਆਪ ਤਜੋ, ਹੰਕਾਰ ਛੱਡਿਆ ਆਪਣਾ। ਜੇ ਅਜੇ ਹਉਮੈ ਦੇ ਨਾਲ ਅੰਦਰ ਭਰਿਆ ਹੋਇਆ ਤੇ ਭਾਂਡਾ ਤੇ ਖਾਲੀ ਨਹੀਂ, ਨਾਮ ਕਿੱਥੇ ਟਿਕੇਗਾ? ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਪਹਿਲਾ ਭਾਂਡਾ ਖਾਲੀ ਹੋਵੇਗਾ ਤੇ ਨਾਮ ਟਿਕੇਗਾ ਨਾ। ਭਾਂਡਾ ਧੋਏ ਬੈਸ ਧੂਪ ਦੇਵ ਹੋ, ਤੋ ਦੁੱਧ ਹੈ ਕੋ ਜਬ ਹੋ। ਦੁੱਧ ਲੈਣ ਤੋਂ ਪਹਿਲਾਂ, ਦੁੱਧ ਸੰਭਾਲਣ ਤੋਂ ਪਹਿਲਾਂ ਭਾਂਡਾ ਵੀ ਤੇ ਸਾਫ਼ ਕਰਦੇ ਆ। ਇਸੇ ਤਰ੍ਹਾਂ
ਸਤਿਗੁਰੂ ਕਿਰਪਾ ਕਰਦੇ ਆ, ਆਪ ਤਜਹੋ, ਆਪਣਾ ਆਪਾ ਛੱਡ ਕੇ ਗੋਬਿੰਦ ਭਜੋ, ਹਉਮੈ ਛੱਡ ਕੇ ਨਾਮ ਜਪਾਂਗੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਫਿਰ ਨਾਮ ਧਨ ਅੰਦਰ ਟਿਕੇਗਾ। ਸ਼ਰਨ ਪਰੋ ਹਰਿ ਰਾਏ, ਸਤਿਗੁਰਾਂ ਦੀ ਸ਼ਰਨ ਵਿੱਚ, ਪਰਮਾਤਮਾ ਦੀ ਸ਼ਰਨ ਵਿੱਚ ਪੈ ਰਹਿਣਾ। ਸਤਿਗੁਰੂ ਦੀ ਪ੍ਰਾਪਤੀ ਕੀ ਹੈ ਇਹਦੇ ਨਾਲ? ਬੜੇ ਧਿਆਨ ਨਾਲ ਸੁਣਿਓ। ਜਦੋਂ ਅਸੀਂ ਨਾਮ ਜਪਦੇ ਹਾਂ, ਆਪਣਾ ਆਪਾ ਤਿਆਗ ਦਿੰਦੇ ਹਾਂ, ਸਤਿਗੁਰੂ ਜੀ ਦੀ ਸ਼ਰਨ ਵਿੱਚ ਰਹਿੰਦੇ ਹਾਂ, ਤੇ ਪਾਤਸ਼ਾਹ ਕਹਿੰਦੇ ਆ ਦੁੱਖ ਹਰੈ, ਦੁੱਖ ਪਰ ਹਰ ਸੁਖ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਦੁੱਖ ਹਰ ਲੈ ਜਾਂਦੇ ਨੇ, ਖੋਹ ਲੈ ਜਾਂਦੇ ਨੇ, ਚੁਰਾ ਲੈ ਜਾਂਦੇ, ਤੇ ਸੁੱਖਾਂ ਦੀਆਂ ਦਾਤਾਂ ਦੇ ਕੇ ਭਵਜਲ ਤੋਂ ਪਾਰ ਕੀਤਾ ਜਾਂਦਾ ਹੈ, ਤੇ ਮਨ ਚਿੰਦਿਆ ਫਲ ਵੀ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਦੁੱਖ ਹਰੈ ਭਵਜਲ ਤਰੈ, ਮਨ ਚਿੰਦਿਆ ਫਲ ਪਾਏ। ਅੱਗੇ ਸਾਹਿਬ ਕਿਰਪਾ ਕਰਦੇ ਆ ਵੀ ਹੁਣ ਕਿੰਨਾ ਕੁ ਚਿਰ ਜਪਿਆ ਜਾਏ, ਤੇ ਸਤਿਗੁਰੂ ਜੀ ਆਖਦੇ ਆ 8 ਪਹਿਰ ਮਨ ਹਰ ਜਪੈ, ਸਫਲ ਜਨਮ ਪ੍ਰਵਾਨ 8 ਪਹਿਰ। ਹਰ ਵੇਲੇ ਹੀ ਚੇਤੇ ਰਵੇ, ਹਰ ਵੇਲੇ ਹੀ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪੜਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਾਹਿਬ ਕਿਰਪਾ ਕਰਦੇ ਆ ਚਿਲਮਿਲ ਬਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨਾ ਮਾਨੀ, ਮਨ ਕਮੀਨ ਕਮਤਰੀਨ ਤੂੰ ਦਰਿਆਓ, ਖੁਦਾਇਆ ਇੱਕ ਚੀਜ਼ ਮੁਝੈ ਦੇ, ਅਵਰ ਜ਼ਹਿਰ ਚੀਜ਼ ਨਾ ਪਾਇਆ। ਹੇ ਪਾਤਸ਼ਾਹ, ਇੱਕ ਨਾਮ ਦੀ ਦਾਤ ਮੇਰੀ ਝੋਲੀ ਚ ਪਾ ਦਿਓ, ਤੇ ਦਿਨ ਰਾਤ ਮੈਂ ਜਪਦਾ ਰਵਾਂ, ਤੁਹਾਡੀ ਕਿਰਪਾ ਹੋ ਜਾਏ। ਪਾਤਸ਼ਾਹ ਕਿਰਪਾ ਕਰਦੇ ਆ ਜੀਵਨ ਸਫਲ ਹੋ ਜਾਏਗਾ। ਅੰਤਰ ਬਾਹਰ ਸਦਾ ਸੰਗ ਕਰਨਾ ਹਾਰ ਪਛਾਣ। ਪਾਤਸ਼ਾਹ ਜੀ ਜਿਹਦਾ ਨਾਮ ਜਪਣ ਵਾਸਤੇ ਕਹਿੰਦੇ, ਉਹ ਰਹਿੰਦਾ ਕਿੱਥੇ ਆ? ਉਹ ਹੈ ਕਿੱਥੇ? ਤੇ ਸਤਿਗੁਰੂ ਜੀ ਕਹਿੰਦੇ ਕਿਤੇ ਓਲੇ ਥੋੜਾ ਤੇਰੇ ਤੋਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਅੰਤਰ ਬਾਹਰ ਸਦਾ ਸੰਗ, ਹਰ ਥਾਂ ਤੇ ਤੇਰੇ ਨਾਲ ਆਓ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਤਿਗੁਰੂ ਸਾਹਿਬ ਮਹਾਰਾਜ ਅੱਗੇ ਕਿਰਪਾ ਕਰ ਰਹੇ, ਕਹਿੰਦੇ ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ। ਕਹਿੰਦੇ ਸੱਜਣ ਤੇ ਤੂੰ ਬੜੇ ਬਣਾਏ ਆ ਸੱਜਣਾ, ਹੁਣ ਇਸ ਗੱਲ ਦਾ ਖਿਆਲ ਕਰ, ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਸੰਗਤ ਕਰ ਕਿਹਨਾਂ ਦੀ ਰਹੇ ਆ। ਮਿੱਤਰ ਬਣਾਇਆ ਉਹ ਕਿਹੋ ਜੀ ਸਲਾਹ ਦਿੰਦਾ ਤੈਨੂੰ? ਨਸ਼ੇ ਵਾਲੇ ਪਾਸੇ ਤੇ ਨਹੀਂ ਪ੍ਰੇਰਦਾ, ਕਿਤੇ ਕਿਤੇ ਸਤਿਗੁਰੂ ਦੇ ਘਰ ਵਾਲੇ ਪਾਸਿਓਂ ਮੁੱਖ ਮੋੜਨ ਵਾਸਤੇ ਤੇ ਨਹੀਂ ਕਹਿੰਦਾ। ਹੁਣ ਇਹਨੂੰ ਧਿਆਨ ਨਾਲ ਸੁਣਿਓ, ਤੇ ਮੈਂ ਖਿਮਾ ਮੰਗ ਕੇ ਬੇਨਤੀ ਕਰਨ ਲੱਗਾ, ਜਿਹੜਾ ਸੱਜਣ ਬਣਾਇਆ ਹੈ, ਜਿਹੜਾ ਕੋਈ ਆਂਢੀ ਗੁਆਢੀ, ਕੋਈ ਬੀਬੀ, ਕੋਈ ਭੈਣ, ਇਹ ਸਲਾਹ ਤੇ ਨਹੀਂ ਦਿੰਦੀ ਵੀ ਫਲਾਣੇ ਕੋਲ ਜਾਓ ਤੇ ਉਹ ਕਰਦੇ ਨੇ ਦੁਆ ਤੇ ਦੁੱਖ ਹੋ ਜਾਂਦੇ ਨੇ ਦੂਰ। ਉਹ ਸਾਡੇ ਪ੍ਰਚਾਰਕ ਇਦਾਂ ਕਰਦੇ ਆ, ਮੱਥੇ ਨੂੰ ਲਾ ਦਿੰਦੇ ਨੇ ਹੱਥ, ਤੇ ਮੱਥੇ ਨੂੰ ਹੱਥ ਲਾਇਆ ਗੋਡਿਆਂ ਦੀ ਪੀੜ, ਮੋਢਿਆਂ ਦੀ ਪੀੜ, ਤੇ ਜੇ ਗਿੱਟੇ ਦੁਖਦੇ ਹੋਣ ਉਹ ਵੀ ਠੀਕ, ਜੇ ਡਿਸਕ ਦੀ ਪ੍ਰੋਬਲਮ ਹੋਵੇ ਉਹ ਵੀ ਠੀਕ, ਤੇ ਜੇ ਤੁਰਿਆ ਨਾ ਜਾਂਦਾ ਹੋਵੇ ਤੇ ਬੰਦਾ ਦੌੜਾਂ ਲਾ ਲਾ ਕੇ ਵਿਖਾਈਆਂ ਜਾਂਦੀਆਂ ਜੀ। ਦੌੜਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੱਗੀਆਂ ਅੱਜ ਤੋਂ ਮਹੀਨਾ ਕੁ ਪਹਿਲਾਂ। ਹੁਣ ਸਾਨੂੰ ਕੋਈ ਸਲਾਹ ਦੇਣ ਵਾਲਾ ਇਦਾਂ ਦਾ ਤੇ ਨਹੀਂ ਆ ਸਾਡੇ ਨਾਲ, ਜਿਹੜਾ ਇਹ ਗੱਲ ਕਹਿੰਦਾ ਹੋਵੇ ਵੀ ਉੱਥੇ ਤੇ ਉਹ ਬੈਲਟ ਲਾ ਦਿੰਦੇ ਨੇ ਲੱਕ ਨੂੰ ਲੱਗੀ ਹੋਈ, ਸਰਵਾਈਕਲ ਹੋ ਜਾਂਦਾ ਠੀਕ, ਰਸੌਲੀਆਂ ਬਿਨਾਂ ਆਪਰੇਸ਼ਨ ਤੋਂ ਠੀਕ, ਪੱਥਰੀਆਂ ਬਿਨਾਂ ਆਪਰੇਸ਼ਨ ਤੋਂ ਠੀਕ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਸ ਘਰ 'ਚ ਨਹੀਂ ਜੇ ਇਦਾਂ ਹੁੰਦਾ। ਇੱਥੇ ਤੇ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਦਵਾਖਾਨੇ ਦੇ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੋ ਜਾਂਦਾ ਆ, ਤੇ ਉਹਦੇ ਵਾਸਤੇ ਔਸ਼ਧੀ, ਉਹਦੇ ਵਾਸਤੇ ਹਰੜ ਕੀਰਤਪੁਰ ਸਾਹਿਬ ਦੀ ਧਰਤੀ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀਆਂ ਦੇ ਕੋਲੋਂ ਪ੍ਰਾਪਤ ਹੁੰਦਾ। ਦਾਰਾ ਸ਼ਕੋਹ ਨੂੰ ਮੁੱਛ ਦਾ ਵਾਲ ਖਵਾਤਾ ਸੀ ਨਾ, ਕਿੱਥੋਂ ਇਲਾਜ ਹੋਇਆ? ਜਿਹੜੀ ਔਸ਼ਧੀ ਸਮੁੱਚੇ ਭਾਰਤ ਵਿੱਚੋਂ ਨਹੀਂ ਸੀ ਮਿਲੀ, ਉਹ ਗੁਰੂ ਹਰਿ ਸਾਹਿਬ ਦੇ ਘਰੋਂ ਮਿਲੀ। ਇਹਦਾ ਮਤਲਬ ਕੀ? ਇੱਥੇ ਦਵਾਈ ਨਾਲ ਇਲਾਜ ਹੁੰਦਾ ਹੈ। ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਵਾਖਾਨੇ ਖੋਲ੍ਹਦੇ ਆ, ਗੁਰਦੁਆਰਿਆਂ ਦੇ ਨਾਲ ਖੁੱਲੀਆਂ ਹੋਈਆਂ ਡਿਸਪੈਂਸਰੀਆਂ ਦੱਸਦੀਆਂ ਨੇ ਭਾਈ ਮਨ ਦਾ ਰੋਗ ਗੁਰੂ ਦੀ ਕਿਰਪਾ ਨਾਲ, ਤਨ ਦਾ ਰੋਗ ਦਵਾਈ ਨਾਲ। ਪਰ ਇੱਥੇ ਇੱਕ ਗੱਲ ਨਾਲ ਜ਼ਰੂਰ ਹੋਰ, ਕਿ ਦਵਾਈ ਵੀ ਸਾਹਿਬਾ ਤਾਂ ਅਸਰ ਕਰਦੀ ਜੇ ਤੂੰ ਕਿਰਪਾ ਕਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਿਰਪਾ ਕਰਦੇ ਆ, ਔਖਦ ਆਏ ਰਾਸ ਵਿੱਚ ਆਪ ਖਲੋਇਆ।
ਹੁਣ ਜਿਹੜਾ ਤੂੰ ਆਪਣਾ ਸੱਜਣ ਬਣਾਇਆ, ਕੋਈ ਸਹੇਲੀ ਭੈਣ ਬਣਾਈ ਆ ਮੇਰੀ ਇਹ ਭੈਣੇ, ਉਹ ਇਹ ਤਾਂ ਨਹੀਂ ਸਲਾਹ ਦਿੰਦੀ ਵੀ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਤੇ ਤੁਹਾਡੇ ਘਰ ਦਾਣੇ ਸੁੱਟ ਜਾਇਆ ਕਰਨਗੇ, ਤੁਹਾਡੇ ਘਰ ਆਟਾ ਸੁੱਟ ਜਾਇਆ ਕਰਨਗੇ, ਤੁਹਾਨੂੰ ਰਾਸ਼ਨ ਦੇ ਦਿਆ ਕਰਨਗੇ। ਜੇ ਤੇ ਇਦਾਂ ਦੀ ਸੰਗਤ ਆ ਤੇ ਉਹ ਐਸੀ ਸੰਗਤ ਛੱਡ ਦਈਏ ਆਪਣੀ। ਉਹਨੂੰ ਪਤਾ ਕੀ ਕਹੀਏ, ਉਹਨੂੰ ਆਖਿਓ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਲੈ ਕੇ ਜਾਣਾ ਗੁਰਦੁਆਰਾ ਸੀਸਗੰਜ ਸਾਹਿਬ, ਤੇ ਸੀਸਗੰਜ ਸਾਹਿਬ ਦੀਆਂ ਪੌੜੀਆਂ ਚੜਨ ਤੋਂ ਪਹਿਲਾਂ ਦਰਬਾਰ ਦੀਆਂ ਮੈਂ ਤੈਨੂੰ ਇੱਕ ਚੌਂਕ ਵਿਖਾਉਣਾ ਆ। ਤੂੰ ਤੇ ਕਹਿਣਾ ਨਾ ਵੀ ਗੋਡੇ ਮੋਢੇ ਨਹੀਂ ਠੀਕ ਹੁੰਦੇ ਤੇ ਆਪਣਾ ਧਰਮ ਤਬਦੀਲ ਕਰ ਲੈ, ਕੋਈ ਰਸੌਲੀਆਂ ਨਹੀਂ ਠੀਕ ਹੁੰਦੀਆਂ, ਪੱਥਰੀਆਂ ਨਹੀਂ ਠੀਕ ਹੁੰਦੀਆਂ ਤੇ ਧਰਮ ਤਬਦੀਲ ਕਰ ਲੈ। ਆ ਮੈਂ ਤੈਨੂੰ ਉਸ ਚੌਂਕ ਵਿੱਚ ਖਿਲਾਰ ਕੇ ਵਿਖਾਉਣਾ ਕਿ ਇੱਥੇ ਐਸੇ ਰੰਗ ਰਤੜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੈਦਾ ਕੀਤੇ ਨੇ, ਉਹਨਾਂ ਨੂੰ ਸਕੰਜੇ ਵਿੱਚ ਕੱਸਿਆ ਹੋਇਆ, ਉਹਨਾਂ ਦੇ ਸਿਰੋਂ ਦਸਤਾਰ ਲੱਥ ਗਈ, ਉਹਨਾਂ ਦੇ ਕੇਸ ਖਿਲਾਰ ਦਿੱਤੇ ਗਏ, ਉਹਨਾਂ ਦੇ ਸੀਸ ਤੇ ਆਰਾ ਚੱਲਣਾ ਸ਼ੁਰੂ ਹੋ ਗਿਆ। ਉਹ ਚੱਲਦੇ ਹੋਏ ਆਰੇ ਨੇ ਉੱਪਰਲੀ ਚਮੜੀ ਨੂੰ ਚੀਰਿਆ। ਅਸੀਂ ਬੜਾ ਸੌਖਾ ਹੀ ਕਹਿ ਕੇ ਇਹਨੂੰ ਚਲੇ ਜਾਂਦੇ ਆ, ਪਰ ਉਹਨੂੰ ਸੀਨ ਨੂੰ ਅੱਖਾਂ ਸਾਹਮਣੇ ਲਿਆਈ। ਆਪਣਾ ਧਰਮ ਛੱਡਣ ਤੋਂ ਪਹਿਲਾਂ ਗੁਰੂ ਨਾਨਕ ਦਿਆ ਸਿੱਖਾ, ਤੂੰ ਆਪਣੀ ਜ਼ੁਬਾਨ ਤੋਂ ਪੜ੍ਹਿਆ ਕਰ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਆ ਮੈਂ ਤੈਨੂੰ ਚਾਂਦਨੀ ਚੌਂਕ 'ਚ ਵਿਖਾਵਾਂ ਕਿ ਸੀਸ ਤੇ ਆਰਾ ਚੱਲਦਾ, ਤੇ ਆਰੇ ਦਾ ਜਦੋਂ ਪਹਿਲਾ ਦੰਦਾ ਉਸ ਸਿਰ ਦੇ ਵਿੱਚ ਖੁੱਭਿਆ, ਖੂਨ ਦੀਆਂ ਤਤੀਰੀਆਂ ਵਗਣੀਆਂ ਸ਼ੁਰੂ ਹੋ ਗਈਆਂ। ਤੇ ਸਾਡੇ ਗੁਰਸਿੱਖ ਦਾ, ਸਾਡੇ ਵਡੇਰੇ ਰੰਗ ਰਤੜੇ ਯੋਧੇ ਦਾ, ਉਹਦਾ ਚਿਹਰਾ ਸਾਰਾ ਭਰ ਗਿਆ ਖੂਨ ਦੇ ਨਾਲ, ਦਾੜਾ ਭਿੱਜ ਗਿਆ ਖੂਨ ਦੇ ਨਾਲ। ਉਹਨੂੰ ਪੁੱਛਿਆ ਕੋਈ ਆਖਰੀ ਖੁਆਇਸ਼? ਕਹਿੰਦਾ ਬਸ ਇੱਕੋ ਹੀ, ਕਿਰਪਾ ਕਰਿਓ ਮੇਰਾ ਮੁਖ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਵੇ, ਮੈਂ ਆਪਣੇ ਸਤਿਗੁਰੂ ਦੇ ਦੀਦਾਰ ਕਰਦਿਆਂ ਕਰਦਿਆਂ ਸ਼ਹੀਦ ਹੋਵਾਂ। ਦੇਗ 'ਚ ਉਬਾਲਿਆ ਜਾ ਰਿਹਾ ਹੈ, ਰੂਹ 'ਚ ਲਪੇਟ ਕੇ ਸਾੜਿਆ ਜਾ ਰਿਹਾ। ਤੇ ਅੱਜ ਸਾਡੀ ਹਾਲਾਤ ਕੀ ਆ ਕਿ ਜੇ ਕਿਤੇ ਥੋੜਾ ਜਿਹਾ ਦੁੱਖ ਆ ਗਿਆ ਤੇ ਲੋਕੀ ਸਾਨੂੰ ਵਰਗਲਾ ਕੇ ਲੈ ਜਾਂਦੇ। ਇਹਦਾ ਭਾਵ ਸਾਡਾ ਅਜੇ ਅੰਦਰ ਪੱਕਾ ਨਹੀਂ। ਤੇ ਉਹਨਾਂ ਲੋਕਾਂ ਦੇ ਆਪਣੇ ਵਡੇਰੇ ਜਾਂ ਆਪਣੇ ਮੁਖੀ ਜਿਹੜੇ ਆ ਉਹ ਵਿਚਾਰੇ ਵੀਲ ਚੇਅਰ ਤੇ ਤੁਰੇ ਫਿਰਦੇ, ਉਹਨਾਂ ਨੂੰ ਲਾਓ ਵਿਚਾਰੇ, ਉਹਨਾਂ ਦੇ ਮੱਥੇ ਨੂੰ ਹੱਥ ਲਾ ਦਿਓ, ਉਹਦੀ ਵੀਲ ਚੇਅਰ ਛੁਡਾ ਦਿਓ। ਨਹੀਂ ਕਿਸੇ ਨੂੰ ਕਦੇ ਵੀ ਗੁੰਮਰਾਹ ਕਰਨਾ ਚਾਹੀਦਾ, ਇਸ ਗੱਲ ਤੋਂ ਸੁਚੇਤ ਹੋਣਾ ਚਾਹੀਦਾ ਹੈ। ਪਾਤਸ਼ਾਹ ਕਿਰਪਾ ਕਰਦੇ ਆ, ਕਹਿੰਦੇ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਭਾਈ ਜਿਹੜਾ ਤੈਨੂੰ ਪ੍ਰਮਾਤਮਾ ਨਾਲ ਜੋੜਦਾ ਉਹਨੂੰ ਹੀ ਆਪਣਾ ਸੱਜਣ, ਉਹਨੂੰ ਹੀ ਆਪਣਾ ਮਿੱਤਰ ਬਣਾ। ਨਾਨਕ ਤਿਸ ਬਲਹਾਰਨੈ ਹਰ ਹਰ ਨਾਮ ਜਪੇ। ਪਾਤਸ਼ਾਹ ਜੀ ਕਿਰਪਾ ਕਰਦੇ ਕਿ ਭਾਈ ਮੈਂ ਉਹਦੇ ਤੋਂ ਕੁਰਬਾਨ, ਮੈਂ ਉਹਦੇ ਤੋਂ ਸਦਕੇ ਹਾਂ ਜਿਹੜਾ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹੈ। ਸਤ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ, ਇਹ ਨਾਮ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਕੇ ਸਾਨੂੰ ਨਦਰੋਂ ਨਦਰ ਨਿਹਾਲ ਕਰਨ। ਆਪਣੇ ਧਰਮ ਨੂੰ ਛੱਡਣ ਤੋਂ ਪਹਿਲਾਂ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਨੂੰ ਚੇਤੇ ਕਰੀਏ, ਬਾਬਾ ਬੰਦਾ ਸਿੰਘ ਬਹਾਦਰ ਨੂੰ ਚੇਤੇ ਕਰੀਏ। ਆਪਣੇ ਪੁੱਤਰ ਦਾ ਧੜਕਦਾ ਹੋਇਆ ਸੀਨਾ ਉਹਦੇ ਮੁਖ ਵਿੱਚ ਤੁੰਨਿਆ ਜਾਂਦਾ ਹੈ, ਸੀ ਨਹੀਂ ਕਰਦੇ, ਕਦੇ ਆਪਣਾ ਧਰਮ ਨਹੀਂ ਛੱਡਦੇ। ਅੱਜ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਆਪਣੇ ਧਰਮ ਨੂੰ ਛੱਡ ਕੇ ਗੁਰੂ ਨਾਨਕ ਦਿਆ ਸਿੱਖਾ, ਜੇ ਤੇਰੀ ਇਸ ਘਰ ਚੋਂ ਪੂਰੀ ਨਹੀਂ ਪਈ, ਤੇਰੀ ਕਿਤਿਓਂ ਪੂਰੀ ਨਹੀਂ ਪੈਣੀ। ਕਿਉਂਕਿ ਮੇਰੇ ਪਾਤਸ਼ਾਹ ਕਿਰਪਾ ਕਰਦੇ ਆ, ਊਹਾਂ ਤਉ ਜਾਈਐ ਜੋ ਇਹਾਂ ਨਾ ਹੋਏ। ਤੇਰੇ 'ਚ ਕਮੀ ਹੋ ਸਕਦੀ ਆ, ਸਤਿਗੁਰੂ ਦੇ ਘਰ ਵਿੱਚ ਕੋਈ ਵੀ ਕਮੀ ਨਹੀਂ। ਇੱਥੇ ਦੇਰ ਵੀ ਨਹੀਂ, ਇੱਥੇ ਅੰਧੇਰ ਵੀ ਨਹੀਂ, ਇੱਥੇ ਤੇ ਇਹ ਕਰ ਕਰੇ ਸੋ ਇਹ ਕਰ ਪਾਏ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਸਾਰਿਆਂ ਦੀ ਝੋਲੀ ਨਾਮ ਦੀ ਦਾਤ ਦੇ ਨਾਲ ਭਰ ਦੇਣ। ਵਡਿਆਈਆਂ ਸਤਿਗੁਰੂ ਜੀ ਆਪ ਕਿਰਪਾ ਕਰਕੇ ਆਪਣੀਆਂ ਕਰਵਾ ਲੈਣ। ਸੰਗਤ ਜੀ, ਦਾਸਰੇ ਪਾਸੋਂ ਆਪ ਜੀ ਦੇ ਨਾਲ ਵਿਚਾਰ ਕਰਦੇ ਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਗੁਰੂ ਚਰਨਾਂ 'ਚ ਇੱਕ ਅਰਦਾਸ ਕਰ ਦਿਓ, ਪਾਤਸ਼ਾਹ ਜੀ ਆਪ ਜੀ ਨਾਲ ਵਿਚਾਰ ਕਰਨ ਦੀ ਸੋਝੀ ਸਮਰੱਥਾ ਬਖਸ਼ਿਸ਼ ਕਰ ਦੇਣ। ਬਹੁਤ ਬਹੁਤ ਧੰਨਵਾਦ ਉਹਨਾਂ ਮੇਰੇ ਸਾਰੇ ਵੀਰਾਂ ਦਾ, ਸੱਜਣਾਂ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੇ ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬਿਠਾ ਕੇ ਆਪ ਜੀ ਦੇ ਨਾਲ ਕੁਝ ਵਿਚਾਰ ਕਰਨ ਦਾ ਸੁਭਾਗ ਬਖਸ਼ਿਆ। ਸੰਗਤ ਜੀ, ਕੇਵਲ ਇੱਕ ਖਿੰਨ ਆਪਾਂ ਸਿਮਰਨ ਚ ਹਾਜ਼ਰੀ ਲਾ ਕੇ ਫਿਰ ਸਮਾਪਤੀ ਕਰ ਦੇਣੀ ਆ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਕਿਰਪਾ ਕਰਿਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਧੰਨਵਾਦ ਸਿੰਘ ਸਾਹਿਬ ਜੀ ਦਾ। ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਭੁੱਲਾਂ ਚੁੱਕਾਂ ਦੀ ਖਿਮਾ ਦੀ। ਗੱਜ ਕੇ ਫਤਿਹ ਦੀ ਆਸੀਸ ਦਿੰਦਿਆਂ ਹੋਇਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।